ਇਹ ਹਮੇਸ਼ਾ ਹੀ ਨੈਗੇਟਿਵ ਰਹਿੰਦਾ ਸੀਗਾ ਕਿ ਮਤਲਬ ਚੱਲਦਾ ਫਿਰਦਾ ਬੈਠ ਗਿਆ, ਹੁਣ ਜ਼ਿੰਦਗੀ ਨੂੰ ਜੀ ਕੇ ਕਰਨਾ ਕੀ ਹੈ, ਇਹਨੂੰ ਖ਼ਤਮ ਕਰਾਂ ਅਤੇ ਆਪਣੇ ਘਰਦਿਆਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਫ੍ਰੀ ਕਰ ਦੇਵਾਂ। ਮੈਂ 3 ਵਾਰ ਟਾਈਮ ਸੁਸਾਈਡ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ, ਬਟ ਉਹਦੀ ਮਰਜ਼ੀ ਨਹੀਂ ਸੀਗੀ ਕਿ ਮੈਂ ਮਰਾਂ, ਉਹਨੇ ਮੈਨੂੰ ਬਚਾਇਆ। ਲਾਈਫ ਨੇ ਫਿਰ ਟਰਨਿੰਗ ਪੁਆਇੰਟ ਲਿਆਂਦਾ ਜਦੋਂ ਜੋਤੀ ਨੇ ਮੈਨੂੰ ਪ੍ਰਪੋਜ਼ ਕੀਤਾ ਮੈਰਿਜ ਲਈ। ਮੇਰੇ ਲਈ ਮਤਲਬ ਇੱਕ ਸਿੰਪਲ ਹੀ ਹੁੰਦਾ ਹੈ ਕਿ ਹਰ ਲੜਕੇ ਲਈ ਬੜੀ ਵੱਡੀ ਗੱਲ ਹੁੰਦੀ ਹੈ, ਬਟ ਮੇਰੇ ਲਈ ਥੋੜ੍ਹਾ ਜਿਹਾ ਡਿਫਰੈਂਟ ਕੀ ਸੀਗਾ ਕਿ ਮੈਨੂੰ ਪਤਾ ਸੀ ਕਿ ਮੈਂ ਵੀਲ ਚੇਅਰ 'ਤੇ ਬੈਠਾ। ਪਹਿਲਾਂ ਤਾਂ ਰਿਸ਼ਤਾ ਹੀ ਸੀਗਾ ਡਾਕਟਰ ਔਰ ਇੱਕ ਪੇਸ਼ੈਂਟ ਵਾਲਾ ਹੀ, ਪਰ ਹੌਲੀ ਹੌਲੀ ਜਿਵੇਂ ਅਟਰੈਕਸ਼ਨਸ ਵੱਧਦੀਆਂ ਗਈਆਂ, ਹੌਲੀ ਹੌਲੀ ਜਿਵੇਂ ਸਾਡੀ ਗੱਲ ਹੁੰਦੀ ਗਈ, ਕਦੇ ਮੈਸੇਜ ਤਾਂ ਹੋ ਗਈ ਜਾਂ ਕਦੇ ਫੋਨ ਕਾਲ ਹੋ ਗਈ, ਉਦੋਂ ਇੱਕ ਅਟੈਚਮੈਂਟ ਸੀ ਹੌਲੀ ਹੌਲੀ ਬਣਦੀ ਗਈ ਇਹਨਾਂ ਦੀ ਫੈਮਿਲੀ ਦੇ ਨਾਲ, ਇਹਨਾਂ ਦੇ ਨਾਲ। ਉਦੋਂ ਮੈਨੂੰ ਹੋਇਆ ਕਿ ਨਹੀਂ, ਗੁਰਵਿੰਦਰ ਦੇ ਨਾਲ ਮੈਰਿਜ ਕਰਵਾਉਣੀ ਚਾਹੀਦੀ। ਬਟ ਕਾਫੀ ਸਾਰੇ ਇਸ਼ੂ ਸੀਗੇ, ਮੇਰੀ ਫੈਮਿਲੀ ਦੇ ਇਸ਼ੂ ਸੀਗੇ, ਉਹਨਾਂ ਨੂੰ ਪਸੰਦ ਨਹੀਂ ਸੀਗਾ ਕਿ ਨਹੀਂ ਵੀਲ ਚੇਅਰ ਵਾਲੇ ਮੁੰਡੇ ਨਾਲ ਅਸੀਂ ਮੈਰਿਜ ਨਹੀਂ ਕਰਾਉਣੀ ਚਾਹੀਦੀ, ਰਿਸ਼ਤੇਦਾਰ ਕੀ ਕਹਿਣਗੇ, ਲੋਕ ਕੀ ਕਹਿਣਗੇ, ਸਾਡੀ ਇੱਕ ਇਮੇਜ ਬਣੀ ਹੋਈ ਹੈ। ਡਿਸੇਬਲਡ ਨੇ ਤਾਂ ਪਤਾ ਨਹੀਂ ਮੰਗ ਕੇ ਹੀ ਖਾਣਾ ਇਹਨੇ, ਬਟ ਮੈਂ ਇਸ 'ਤੇ ਕਹਿਣਾ ਚਾਹੂੰਗਾ ਇੱਥੇ ਥੋੜ੍ਹਾ ਜਿਹਾ ਗਲਤ ਹੋ ਜਾਂਦਾ। ਅਗਰ ਤੁਸੀਂ ਡਿਸੇਬਲਡ ਨੂੰ ਥੋੜ੍ਹਾ ਜਿਹਾ ਪੁਸ਼ਅਪ ਦਿਓਗੇ ਨਾ, ਉਹ ਇੰਨਾ ਕੁ ਅੱਗੇ ਲੰਘ ਜਾਏਗਾ ਕਿ ਨਾਰਮਲ ਬੰਦੇ ਨਾਲੋਂ ਵੱਧ ਕੰਮ ਕਰ ਜਾਏਗਾ। ਔਰ ਮੈਨੂੰ ਖੁਦ ਨੂੰ ਇਸ ਕਰਕੇ ਫੀਲ ਹੁੰਦਾ ਕਿ 2014 'ਚ ਮੈਨੂੰ ਜੋਬ ਲਈ ਤਰਸਣਾ ਪੈਂਦਾ ਸੀਗਾ, ਅਤੇ ਅੱਜ ਰੱਬ ਦੀ ਕਿਰਪਾ ਨਾਲ ਮੇਰੇ ਕੋਲ 4 ਜਣੇ ਕੰਮ ਕਰਦੇ ਆ। ਲਾਕਡਾਊਨ ਦੇ ਦੌਰਾਨ ਜਿਹੜੀਆਂ ਜੇ ਅਸੀਂ ਸੁਣਦੇ ਹਾਂ ਸੁਸਾਈਡ ਜਾਂ ਕੁਝ, ਉਹਦੇ ਰੀਜ਼ਨ ਰਹੇ ਆ ਭਾਜੀ, ਅਸੀਂ ਆਪਣੀ ਲਾਈਫ ਨੂੰ ਨਾ ਸਾਦਗੀ ਤੋਂ ਬਹੁਤ ਉੱਪਰ ਚੱਕ ਕੇ ਲੈ ਗਏ ਸੀ। ਅਸੀਂ ਆਪਣੇ ਖਰਚੇ ਖੁਦ ਵਧਾ ਲਏ। ਜੇ ਅਸੀਂ ਇਕੱਲੀ ਮਤਲਬ ਸਿੰਪਲ ਰੋਟੀ 'ਤੇ ਰਹੀਏ, ਸਾਡੇ ਖਰਚੇ ਹੈ ਨਹੀਂ ਗੇ, ਵਧੀਆ ਸੇਵਿੰਗਸ ਹੋ ਜਾਣਗੀਆਂ। ਤਾਲ ਫਿਲਮ ਦਾ ਇੱਕ ਡਾਇਲੋਗ ਹੈ, ਡੋਂਟ ਫਾਲ ਇਨ ਲਵ, ਆਲਵੇਜ਼ ਰਾਈਜ਼ ਇਨ ਲਵ। ਪਿਆਰ 'ਚ ਪੈ ਕੇ ਡਿੱਗੋ ਨਾ, ਉੱਠੋ। ਅਸੀਂ ਤੁਹਾਨੂੰ ਇਹੋ ਜਿਹੇ ਹੀ ਸੰਘਰਸ਼ਾਂ ਭਰੀ ਇੱਕ ਕਹਾਣੀ ਦੱਸਣ ਜਾ ਰਹੇ ਹਾਂ, ਅਜਿਹੇ 2 ਕਿਰਦਾਰਾਂ ਦੇ ਨਾਲ ਮਿਲਾਉਣ ਜਾ ਰਹੇ ਹਾਂ ਜੋ ਬਹੁਤ ਸਾਰੇ ਲੋਕਾਂ ਨੂੰ ਇੰਡੀਪੈਂਡੈਂਟ ਕਰ ਚੁੱਕੇ ਨੇ। ਦਰਅਸਲ 2012 ਦੇ ਵਿੱਚ ਇਹਨਾਂ ਦੇ ਸਪਾਈਨ ਇੰਜਰੀ ਹੁੰਦੀ ਹੈ, ਪੌੜੀਆਂ ਤੋਂ ਡਿੱਗ ਜਾਂਦੇ ਨੇ, ਫਿਰ ਜਿਸ ਡਾਕਟਰ ਦੇ ਕੋਲ ਇਲਾਜ ਕਰਾਉਣ ਜਾਂਦੇ, ਉੱਥੇ ਇੱਕ ਕੁੜੀ ਇੰਟਰਨਸ਼ਿਪ ਕਰਦੀ ਸੀ, ਉਹਨਾਂ ਦੇ ਨਾਲ ਅੱਖਾਂ 4 ਹੁੰਦੀਆਂ, ਫਿਰ ਵਿਆਹ ਹੁੰਦਾ, ਔਰ ਉਸ ਤੋਂ ਬਾਅਦ ਫਿਰ ਅੱਜ ਬਹੁਤ ਸਾਰੇ ਲੋਕਾਂ ਨੂੰ ਇੰਡੀਪੈਂਡੈਂਟ ਕਰ ਚੁੱਕੇ ਨੇ, ਆਪਦਾ ਸੈਂਟਰ ਚਲਾ ਰਹੇ ਨੇ। ਔਰ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ ਸਰ, ਜਗਬਾਣੀ 'ਤੇ ਸਵਾਗਤ ਹੈ ਤੁਹਾਡਾ। ਔਰ ਸੱਟ ਕਿੱਦਾਂ ਲੱਗੀ ਸੀ, ਕੀ ਹੋਇਆ ਸੀਗਾ, ਔਰ ਅੱਗੇ ਦੀ ਕਹਾਣੀ ਕਿਸ ਤਰ੍ਹਾਂ ਮੋੜ ਲੈਂਦੀ ਚਲੀ ਗਈ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਗੁਰਵਿੰਦਰ ਸਿੰਘ ਹੈ। ਸੱਟ 2012 ਸੈਪਟੈਂਬਰ ਦੇ ਵਿੱਚ ਲੱਗੀ ਸੀ। ਸਟੇਅਰਸ ਤੋਂ ਪੈਰ ਸਲਿੱਪ ਕਰ ਗਿਆ ਸੀਗਾ। ਸਟੇਅਰ ਤੋਂ ਪੈਰ ਸਲਿੱਪ ਕਰਨਾ ਇੱਕ ਨਾਰਮਲ ਗੱਲ ਹੁੰਦੀ ਹੈ, ਅੱਜ ਦੇ ਟਾਈਮ ਦੇ ਵਿੱਚ ਵੀ ਆ, ਪਹਿਲਾਂ ਵੀ ਕਹੀਏ ਕਿ ਬਹੁਤ ਲੋਕਾਂ ਦਾ ਹੁੰਦਾ ਵੀ ਹੈ ਅਤੇ ਅੱਜ ਵੀ ਹੁੰਦਾ ਹੈ ਕਈਆਂ ਦਾ, ਅਤੇ ਅਸੀਂ ਲੈਕ ਆਫ ਇਗਨੋਰੈਂਸ ਕਰਦੇ ਹਾਂ। ਬਟ ਮੇਰੇ ਕੇਸ ਦੇ ਵਿੱਚ ਮੈਨੂੰ ਉਹ ਇਗਨੋਰੈਂਸ ਦਾ ਟਾਈਮ ਹੀ ਨਹੀਂ ਮਿਲਿਆ। ਮੇਰੀ ਬਾਡੀ ਜਿਹੜੀ ਹੈ ਦਾ ਫਿਊ ਮਿਨਟਸ ਦੇ ਵਿੱਚ ਪੈਰਾਲਾਈਜ਼ ਹੋ ਗਈ। ਜਦੋਂ ਪੈਰਾਲਾਈਜ਼ ਹੋ ਗਈ ਤਾਂ ਬਾਡੀ ਚੱਕ ਕੇ ਡਾਕਟਰ ਕੋਲ ਲੈ ਕੇ ਗਏ, MRI ਹੋਈ, ਪਤਾ ਲੱਗਿਆ ਕਿ ਇੰਜਰੀ ਹੈ। ਆਪਰੇਟ ਹੋਏ, ਆਪਰੇਟ ਹੋਣ ਤੋਂ ਬਾਅਦ ਲਾਈਫ ਬੈੱਡ 'ਤੇ ਆ ਗਈ। ਲਾਈਫ ਵੀ ਨਹੀਂ ਕਹਿ ਸਕਦੇ ਹੈਗੇ ਕਿ ਇੱਕ ਬਾਡੀ ਬੈੱਡ 'ਤੇ ਆ ਗਈ, ਕਿਉਂਕਿ ਜ਼ਿੰਦਗੀ ਤਾਂ ਜਦੋਂ ਤੱਕ ਇਨਸਾਨ ਬਾਹਰ ਨਹੀਂ ਨਿਕਲਦਾ ਜੀ ਨਹੀਂ ਜਾਂਦੀ ਨਾ। ਅਤੇ ਬਾਡੀ ਜਦੋਂ ਬੈੱਡ 'ਤੇ ਆ ਗਈ ਅਤੇ ਲਾਈਫ ਦੇ ਸਟਰਗਲ ਵਧਣੇ ਸ਼ੁਰੂ ਹੋ ਗਏ ਕਿ ਕਿਸ ਤਰ੍ਹਾਂ ਪਰੇਸ਼ਾਨੀਆਂ ਜਿਹੜੀਆਂ ਸੀਗੀਆਂ ਉਹ ਨੇੜੇ ਆਉਣ ਲੱਗ ਗਈਆਂ, ਅਤੇ ਰਿਸ਼ਤੇ ਸਾਕ ਸੰਬੰਧੀ ਜਿਹੜੇ ਦੂਰ ਜਾਣ ਲੱਗ ਗਏ। ਉਹ ਹੌਲੀ ਹੌਲੀ ਟਾਈਮ ਵੱਧਦਾ ਗਿਆ। ਅਰਾਊਂਡ 1 ਸਾਲ 2 ਮਹੀਨੇ ਮੈਂ ਬੈੱਡ 'ਤੇ ਰਿਹਾ। ਉਹ ਟਾਈਮ ਜਿਹੜਾ ਸੀਗਾ, ਮੈਂ ਅੱਜ ਵੀ ਅਗਰ ਯਾਦ ਕਰਦਾ ਤਾਂ ਮਤਲਬ ਬਹੁਤ ਔਖਾ ਲੱਗਦਾ ਕਿ ਮੈਂ ਉਸ ਟਾਈਮ ਕਿਵੇਂ ਸਰਵਾਈਵ ਕਰ ਗਿਆ, ਮੈਨੂੰ ਨਹੀਂ ਪਤਾ ਹੈਗਾ। ਬਟ ਬੜਾ ਔਖਾ ਸੀਗਾ, ਬਹੁਤ ਅਪ ਐਂਡ ਡਾਊਨਸ ਆਏ, ਬਹੁਤ ਜ਼ਿਆਦਾ ਨੈਗੇਟਿਵ ਥੋਟਸ ਮਾਈਂਡ ਦੇ ਵਿੱਚ ਰਹਿੰਦੇ ਸੀਗੇ, ਹਮੇਸ਼ਾ ਹੀ ਨੈਗੇਟਿਵ ਰਹਿੰਦਾ ਸੀਗਾ।
ਕਿ ਮਤਲਬ ਚੱਲਦਾ ਫਿਰਦਾ ਬੈਠ ਗਿਆ, ਹੁਣ ਜ਼ਿੰਦਗੀ ਨੂੰ ਜੀ ਕੇ ਕਰਨਾ ਕੀ ਹੈ, ਇਹਨੂੰ ਖ਼ਤਮ ਕਰਾਂ ਅਤੇ ਆਪਣੇ ਘਰਦਿਆਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਫ੍ਰੀ ਕਰ ਦੇਵਾਂ। ਪਰ ਸ਼ਾਇਦ ਪਰਮਾਤਮਾ ਦੀ ਜਿਵੇਂ ਕਹਿੰਦੇ ਨਾ ਕਿ ਮਰਜ਼ੀ ਕੁਛ ਹੋਰ ਹੁੰਦੀ, ਸਾਡੇ ਹੱਥ ਕੁਛ ਨਹੀਂ ਹੈ। ਮੈਂ 3 ਟਾਈਮ ਸੁਸਾਈਡ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ, ਬਟ ਉਹਦੀ ਮਰਜ਼ੀ ਨਹੀਂ ਸੀਗੀ ਕਿ ਮੈਂ ਮਰਾਂ, ਉਹਨੇ ਮੈਨੂੰ ਬਚਾਇਆ। ਲਾਈਫ ਨੂੰ ਸਟਾਰਟ ਕਰਨ ਲਈ ਇੱਕ ਵੇ ਮਿਲਿਆ, ਇੱਕ ਫਰੈਂਡ ਨੇ ਅੰਮ੍ਰਿਤਸਰ ਦੇ ਵਿੱਚ। ਤੁਹਾਡੀ ਗੱਲ ਮੈਂ ਰੋਕਦਾ, ਅੱਗੇ ਰੱਖਿਓ ਤੁਸੀਂ ਇਹ ਗੱਲ ਜਿਹੜੀ ਹੈ ਸੁਸਾਈਡ ਅਟੈਂਪਟ ਦੀ ਤੁਸੀਂ ਗੱਲ ਕੀਤੀ। ਬੰਦਾ ਇਹ ਚੀਜ਼ਾਂ ਉਦੋਂ ਕਰਦਾ ਜਦੋਂ ਡਿਪਰੈਸ਼ਨ ਦੇ ਵਿੱਚ ਚਲ ਜਾਂਦਾ। ਬਹੁਤ ਸਾਰੀਆਂ ਵੱਡੀਆਂ ਨਾਮੀ ਹਸਤੀਆਂ ਜਿਨ੍ਹਾਂ ਨੇ ਡਿਪਰੈਸ਼ਨ ਦੇ ਵਿੱਚ ਚਲੇ ਗਏ, ਔਰ ਇਹ ਖਿਆਲ ਆਉਂਦਾ ਕਿਉਂ ਆ ਮਨ ਦੇ ਵਿੱਚ ਸਰ? ਕੁਝ ਅੱਗੇ ਸੁਝਦਾ ਨਹੀਂ ਬੰਦੇ ਨੂੰ ਫਿਰ? ਭਾਜੀ ਜਦੋਂ ਸੁਸਾਈਡ ਨਾਮ ਜਿਹੜਾ ਆਪਾਂ ਲੈ ਲੈਂਦੇ ਬੜੀ ਈਜ਼ੀਲੀ, ਸੁਸਾਈਡ, ਜਦੋਂ ਸੁਸਾਈਡ ਨਾਮ ਦਿਮਾਗ 'ਚ ਆਉਂਦਾ ਨਾ, ਉਦੋਂ ਦਿਮਾਗ ਦੇ ਸਾਰੇ ਰਸਤੇ ਬੰਦ ਹੋਏ ਹੁੰਦੇ ਆ, ਉਦੋਂ ਉਹਨੂੰ ਕੁਝ ਸਮਝ ਨਹੀਂ ਆਉਂਦਾ। ਸੁਸਾਈਡ ਉਦੋਂ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਜਦੋਂ ਇਨਸਾਨ ਆਪਣੇ ਆਪ ਨਾਲ ਲੜ ਕੇ ਕਿਤੇ ਨਾ ਕਿਤੇ ਪਹਿਲਾਂ ਹੀ ਢੇਰੀ ਢਾਹ ਦਿੰਦਾ। ਮਤਲਬ ਜਿਵੇਂ ਲੜਾਈ ਸ਼ੁਰੂ ਹੁੰਦੀ ਹੈ ਨਾ, ਕਿਉਂਕਿ ਅਸੀਂ ਲਾਈਫ ਦਾ ਸਟਰਗਲ ਦੇਖਿਆ ਨਹੀਂ ਹੁੰਦਾ ਕਦੀ। ਜਦੋਂ ਅਸੀਂ ਨਾਰਮਲ ਲਾਈਫ ਦੇ ਵਿੱਚ ਹੁੰਦੇ ਹਾਂ ਜਾਂ ਅਸੀਂ ਡੇਲੀ ਦੀ ਕਹਿ ਲਈਏ ਕਿ ਸਕਸੈਸ ਵੱਲ ਜਾ ਰਹੇ ਹਾਂ, ਅਤੇ ਇੱਕ ਵਾਰੀ ਅਗਰ ਬ੍ਰੇਕ ਲੱਗ ਗਈ ਤਾਂ ਅਸੀਂ ਉਹ ਬ੍ਰੇਕ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ, ਅਤੇ ਉਦੋਂ ਇਹ ਚੀਜ਼ਾਂ ਦਿਮਾਗ ਨੂੰ ਘੇਰ ਲੈਂਦੀਆਂ। ਅਤੇ ਜਦੋਂ ਇਹ ਦਿਮਾਗ ਨੂੰ ਘੇਰ ਲੈਂਦੀਆਂ, ਇੰਨੀ ਕਿ ਹੈਵੀ ਹੋ ਜਾਂਦੀਆਂ ਨੇ ਕਿ ਸਾਨੂੰ ਰਸਤੇ ਬਾਹਰਲੇ ਦਿਖਣੇ ਬੰਦ ਹੋ ਜਾਂਦੇ ਆ। ਸਾਨੂੰ ਆਪਣੇ ਭੈਣ ਭਾਈ ਜਾਂ ਮਾਂ-ਬਾਪ, ਸਾਨੂੰ ਕੋਈ ਵੀ ਨਜ਼ਰ ਨਹੀਂ ਆਉਂਦਾ ਹੈਗਾ। ਸਾਨੂੰ ਇਹ ਲੱਗਦਾ ਕਿ ਇਹ ਮੇਰਾ ਦੁਸ਼ਮਣ ਹੀ ਖੜਾ ਵਾ ਸਾਹਮਣੇ। ਜੇ ਉਹ ਸਾਨੂੰ ਕੋਈ ਗੱਲ ਕਰਦੇ, ਐਡਵਾਈਸ ਕਰਦੇ ਨੇ ਕਿ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਸ਼ਾਇਦ ਤੂੰ ਕੁਝ ਕਰ ਲੈ, ਉਹ ਬੰਦੇ ਨੂੰ ਉਹ ਸਾਰੀਆਂ ਗੱਲਾਂ ਮਾੜੀਆਂ ਲੱਗਦੀਆਂ ਕਿ ਯਾਰ ਇਹਨੂੰ ਕੀ ਪਤਾ ਮੇਰੀ ਕੰਡੀਸ਼ਨ। ਫਿਰ ਉਹਨਾਂ ਚੀਜ਼ਾਂ 'ਚੋਂ ਨਿਕਲੇ ਕਿੱਦਾਂ ਤੁਸੀਂ? ਨਿਕਲਣ ਲਈ ਭਾਜੀ ਬਹੁਤ ਵੱਡਾ ਕੁਛ ਨਹੀਂ, ਇੱਕ ਛੋਟਾ ਜਿਹਾ ਇੰਸੀਡੈਂਟ ਕਹਿ ਲਓ, ਜਾਂ ਜਦੋਂ ਟਾਈਮ ਆ ਗਿਆ ਨਿਕਲਣ ਦਾ, ਜਾਂ ਇਹ ਕਹਿ ਲਓ ਕਿ ਉਸ ਤਰ੍ਹਾਂ ਇੱਕ ਦਿਨ ਛੋਟਾ ਬ੍ਰਦਰ ਮੇਰਾ ਵਾਸ਼ਰੂਮ 'ਚ ਸੀਗਾ, ਅਤੇ ਉਹ ਵਾਸ਼ਰੂਮ 'ਚ ਡਿੱਗ ਗਿਆ। ਉਹ ਜਦੋਂ ਡਿੱਗ ਗਿਆ ਅਤੇ ਮਤਲਬ ਮੇਰੇ ਮੰਜੇ ਦੇ ਬਿਲਕੁਲ ਸਾਹਮਣੇ ਵਾਸ਼ਰੂਮ ਸੀਗਾ, ਨਾ ਮੈਂ ਉਹਨੂੰ ਚੱਕ ਪਾ ਰਿਹਾ ਸੀਗਾ, ਨਾ ਮੈਂ ਕੁਛ ਕਰ ਪਾ ਰਿਹਾ ਸੀਗਾ। ਅਗਰ ਮੈਂ ਵੀਲਚੇਅਰ 'ਤੇ ਹੁੰਦਾ ਤਾਂ ਸ਼ਾਇਦ ਮੈਂ ਉਹਦੀ ਕੁਛ ਹੈਲਪ ਕਰ ਲੈਂਦਾ ਨੇੜੇ ਜਾ ਕੇ, ਬਟ ਮੈਂ ਵੀਲਚੇਅਰ 'ਤੇ ਨਹੀਂ ਬੈਠਾ, ਜਿਸ ਕਰਕੇ ਮੈਂ ਜਾ ਹੀ ਨਹੀਂ ਪਾ ਰਿਹਾ ਸੀ। ਉਹ ਟਾਈਮ ਦੇ ਵਿੱਚ ਜਾ ਕੇ ਸਮਝ ਆਇਆ ਕਿ ਯਾਰ ਵੀ ਮੇਰਾ ਡਿਪਰੈਸ਼ਨ ਇਹਦੇ 'ਤੇ ਵੱਧਦਾ ਪਿਆ ਵਾ। ਮੇਰਾ ਬੈੱਡ 'ਤੇ ਰਹਿਣਾ ਬਿਲਕੁਲ ਹੁੰਦਾ ਭਾਜੀ, ਕਿਉਂਕਿ ਫੈਮਿਲੀ ਦੇ ਇਨਕਮ ਸੋਰਸਿਸ ਬੰਦ ਹੋ ਗਏ। ਫਾਦਰ ਹੈ ਨਹੀਂ ਸੀਗੇ, 2 ਬ੍ਰਦਰ ਸੀਗੇ, ਮੈਂ ਬੈੱਡ 'ਤੇ ਆ ਗਿਆ, ਉਹ ਮੈਨੂੰ ਸੰਭਾਲਣ 'ਚ ਲੱਗ ਗਿਆ। ਜੇ ਉਹਨੇ ਵੀਕ ਦੇ ਵਿੱਚ 2 ਦਿਨ ਕੰਮ 'ਤੇ ਜਾਣਾ, ਮਾਲਕ ਉਹਦਾ ਉਹਨੂੰ ਕਹਿਣ ਲੱਗ ਗਿਆ ਕਿ ਮਤਲਬ ਨਹੀਂ, ਕਿ ਜਾਂ ਤਾਂ ਆਪਣਾ ਕੰਮ ਲੱਭ ਲਓ ਜਾਂ ਘਰੇ ਬਹਿ ਜਾਓ ਜਾਂ ਕੰਮ ਕਰ ਲਓ। ਸੋ ਉਹ ਚੀਜ਼ਾਂ ਦੇ ਨਾਲ ਉਹ ਟੈਨਸ਼ਨ ਦੇ ਵਿੱਚ ਆਉਣ ਲੱਗ ਗਿਆ। ਅਤੇ ਹੁਣ ਉਹ ਜਦੋਂ ਉਹ ਵੀ ਟੈਨਸ਼ਨ ਦੇ ਵਿੱਚ ਆਉਣ ਲੱਗ ਗਿਆ, ਫਿਰ ਇਹ ਸੀਗਾ ਕਿ ਯਾਰ ਬੈੱਡ ਨੂੰ ਛੱਡਣਾ ਕਿਸੇ ਤਰੀਕੇ ਕਿਵੇਂ ਛੱਡਿਆ ਜਾਵੇ, ਬਟ ਰਸਤਾ ਨਹੀਂ ਪਤਾ ਸੀਗਾ। ਜਦੋਂ ਅੰਮ੍ਰਿਤਸਰ ਦੇ ਮੇਰੇ ਇੱਕ ਦੋਸਤ ਮੇਰੇ ਘਰੇ ਆਏ, ਜਦੋਂ ਕਾਰ ਡਰਾਈਵ ਕਰਕੇ ਮੇਰੇ ਕੋਲ ਆਏ, ਉਹਨਾਂ ਦੀ ਛਾਤੀ ਤੋਂ ਨੀਚੇ ਦੀ ਬਾਡੀ ਪੈਰਾਲਾਈਜ਼ ਹੈ, ਸੇਮ ਸਪਾਈਨਲ ਕੋਰਡ ਇੰਜਰੀ ਕਰਕੇ 1997 'ਚ ਉਹਨਾਂ ਨੂੰ ਇੰਜਰੀ ਹੋਈ ਸੀਗੀ। ਅਤੇ ਉਹਨਾਂ ਨੂੰ ਦੇਖ ਕੇ ਮੈਨੂੰ ਇੱਕ ਅੰਦਰੋਂ ਚਿੰਗਾੜੀ ਲੱਗੀ ਕਿ ਮੈਂ ਕਿਹਾ ਯਾਰ ਜੇ ਇਹ ਗੱਡੀ ਚਲਾ ਸਕਦੇ ਆ ਤਾਂ ਮੈਂ ਗੱਡੀ ਦਾ ਨਹੀਂ, ਖੈਰ ਮੈਂ ਆਟੋ ਦਾ ਚਲਾ ਸਕਦਾ ਨਾ, ਆਪਣੀ ਲਾਈਫ ਨੂੰ, ਆਪਣੇ ਇਨਕਮ ਸੋਰਸਿਸ ਨੂੰ ਵਾਪਸ ਲਿਆਉਣ ਲਈ। ਅਤੇ ਫਿਰ ਮੈਂ ਵਿਆਜ 'ਤੇ ਪੈਸੇ ਲੈ ਕੇ ਆਟੋ ਲਿਆ, ਆਟੋ ਹੈਂਡ ਮੋਡੀਫਾਈਡ ਕਰਾਇਆ, 1 ਸਾਲ ਚਲਾ ਕੇ ਹੈਂਡ ਮੋਡੀਫਾਈ ਤੋਂ ਉਹਦੇ ਪੈਸੇ ਉਤਾਰੇ ਵੀ, ਅਤੇ ਆਟੋ ਦੇ ਜਿਹੜੇ ਪੈਸੇ ਬਚਾ ਕੇ ਆਪਣੀ ਸੇਵਿੰਗ ਕੀਤੀ। ਅਤੇ ਐਕਚੁਅਲ ਦੇ ਵਿੱਚ ਆਟੋ ਚਲਾਉਣ ਦਾ ਇੱਕ ਛੋਟਾ ਜਿਹਾ ਨੁਕਸਾਨ ਹੋਇਆ ਸੀ, ਅਵੇਅਰ ਨਹੀਂ ਸੀਗਾ, ਬੈੱਡ ਸੋਰ ਹੋ ਗਿਆ। ਬੈੱਡ ਸੋਰ ਦਾ ਟ੍ਰੀਟਮੈਂਟ ਕਰਵਾਉਣ ਲਈ ਗੁਰਦਾਸਪੁਰ ਗਿਆ ਸੀਗਾ, ਅਤੇ ਉੱਥੇ ਜੋਤੀ ਇੰਟਰਨਸ਼ਿਪ ਕਰਦੀ ਸੀ ਆਪਣੀ ਸਟੱਡੀ ਦੀ। ਇਹਨਾਂ ਦੇ ਨਾਲ ਮੁਲਾਕਾਤ ਹੋਈ, ਦੋਸਤ ਬਣੇ, ਹੌਲੀ ਦੋਸਤ ਬਣੇ। ਅਤੇ ਜਦੋਂ ਦੋਸਤ ਬਣੇ ਸੀਗੇ ਉਦੋਂ ਇੰਨੀ ਜ਼ਿਆਦਾ ਦੋਸਤੀ ਨਹੀਂ ਸੀ, ਗਹਿਰੀ ਦੋਸਤੀ ਨਹੀਂ ਸੀਗੀ। ਜਸਟ ਦਾ ਨੰਬਰ ਐਕਸਚੇਂਜ ਹੋਇਆ ਸੀਗਾ, ਉਹ ਵੀ ਮੇਰਾ ਨਹੀਂ ਹੋਇਆ ਸੀ, ਮੇਰੇ ਮਦਰ ਦਾ ਅਤੇ ਇਹਨਾਂ ਦਾ ਹੋਇਆ ਸੀ। ਕਿ ਮਤਲਬ ਮਦਰ ਇਹਨਾਂ ਦੇ ਸ਼ਹਿਰ ਦੇ ਵਿੱਚ ਅਣਜਾਣ ਸੀਗੇ ਅਸੀਂ। ਮਦਰ ਨੇ ਕਿਹਾ ਕੁਛ ਚੀਜ਼ ਚਾਹੀਦੀ ਹੋਵੇ ਤਾਂ ਇਹਨਾਂ ਨੇ ਕਿਹਾ ਕਿ ਮੇਰਾ ਨੰਬਰ ਲੈ ਲਓ, ਮੈਨੂੰ ਦੱਸ ਦਿਓ, ਮੈਂ ਲੋਕਲ ਹਾਂ, ਮੈਂ ਲਿਆ ਦਾਂਗੀ। ਸੋ 6-7 ਮੰਥ ਬਾਅਦ ਇਹਨਾਂ ਦਾ ਮੈਸੇਜ ਆਇਆ, ਹਾਏ ਹੈਲੋ, ਇਸ ਤਰ੍ਹਾਂ ਸਾਡੀ ਗੱਲ ਹੁੰਦੀ ਗਈ, ਕਦੀ ਹੋ ਜਾਣੀ, ਕਦੀ ਨਹੀਂ ਹੋਣੀ। ਸੋ ਟਾਈਮ ਪੈਂਦਾ ਚਲਾ ਗਿਆ, ਲਾਈਫ ਦੇ ਵਿੱਚ ਮੁੜ ਵਾਪਸੀ ਹੋ ਗਈ, ਅਤੇ ਜ਼ਿੰਦਗੀ ਨੂੰ ਜੀਣਾ ਸ਼ੁਰੂ ਕਰ ਲਿਆ, ਕੰਮ ਸ਼ੁਰੂ ਕਰ ਲਿਆ, ਹੌਲੀ ਅੱਗੇ ਵਧਣਾ ਸ਼ੁਰੂ ਕਰਤਾ। 2016 ਦੇ ਵਿੱਚ ਲਾਈਫ ਨੇ ਫਿਰ ਟਰਨਿੰਗ ਪੁਆਇੰਟ ਲਿਆਂਦਾ, ਜਦੋਂ ਜੋਤੀ ਨੇ ਮੈਨੂੰ ਪ੍ਰਪੋਜ਼ ਕੀਤਾ ਮੈਰਿਜ ਲਈ। ਮੇਰੇ ਲਈ ਮਤਲਬ ਇੱਕ ਸਿੰਪਲ ਹੀ ਹੁੰਦਾ ਹੈ ਕਿ ਹਰ ਲੜਕੇ ਲਈ ਬੜੀ ਵੱਡੀ ਗੱਲ ਹੁੰਦੀ ਹੈ, ਬਟ ਮੇਰੇ ਲਈ ਥੋੜ੍ਹਾ ਜਿਹਾ ਡਿਫਰੈਂਟ ਕੀ ਸੀਗਾ ਕਿ ਮੈਨੂੰ ਪਤਾ ਸੀ ਕਿ ਮੈਂ ਵੀਲ ਚੇਅਰ 'ਤੇ ਬੈਠਾ,
ਮੈਂ ਤਾਂ ਆਪਣੇ ਘਰਦਿਆਂ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ, ਮੈਂ ਅਗਰ ਬਹੁਤ ਇੰਡੀਪੈਂਡੈਂਟ ਨਹੀਂ ਹਾਂ ਤਾਂ ਮੈਂ ਬਹੁਤ ਜ਼ਿਆਦਾ ਡਿਪੈਂਡੈਂਟ ਨਹੀਂ ਹਾਂ, ਬਟ ਮੈਂ ਸਾਹਮਣੇ ਵਾਲੇ ਦੀਆਂ ਚੀਜ਼ਾਂ ਨੂੰ, ਜ਼ਰੂਰਤਾਂ ਨੂੰ ਕਿਵੇਂ ਪੂਰਾ ਕਰਾਂਗਾ, ਉਹ ਔਖੀਆਂ ਨੇ। ਕਿ ਮੈਂ ਕੱਲ੍ਹ ਨੂੰ ਘਰਦਿਆਂ ਤੋਂ ਮੰਗਾਂਗਾ ਕਿ ਯਾਰ ਮੇਰੀ ਵਾਈਫ ਨੂੰ ਮਤਲਬ ਆਹ ਚੀਜ਼ ਚਾਹੀਦੀ ਹੈ ਤਾਂ ਮੈਨੂੰ ਲੈ ਕੇ ਦਿਓ। ਪਹਿਲਾਂ ਸੀਗਾ ਖੁਦ ਦਾ ਇੰਡੀਪੈਂਡੈਂਟ ਹੋਣਾ। ਅਤੇ ਇਹਨਾਂ ਨੂੰ 2-3 ਵਾਰ ਮਤਲਬ ਅਰਾਊਂਡ 3 ਟਾਈਮ ਮਨਾ ਕੀਤਾ ਕਿ ਨਹੀਂ ਯਾਰ ਮੈਂ ਵਿਆਹ ਨਹੀਂ ਕਰਾ ਸਕਦਾ, ਬਟ ਇਹਨਾਂ ਦਾ ਮਨ ਜ਼ਿਆਦਾ ਪੱਕਾ ਸੀਗਾ ਮੇਰੇ ਨਾਲੋਂ ਅਤੇ ਵਿਸ਼ਵਾਸ ਜ਼ਿਆਦਾ ਪੱਕਾ ਸੀਗਾ। ਸੋ ਬਸ ਬੈਠੇ ਇਕੱਠੇ। ਫਿਰ ਇਸ ਪਾਸੇ ਨੂੰ ਕਦੋਂ ਆ ਗਏ ਜਦੋਂ ਸੈਂਟਰ ਆਪਦਾ ਚਲਾਇਆ ਤੁਸੀਂ? ਹੁਣ ਤੱਕ ਕਿੰਨੇ ਲੋਕਾਂ ਨੂੰ ਦੱਸਿਆ ਤੁਸੀਂ ਕਿ 125 ਦੇ ਕਰੀਬ ਲੋਕਾਂ ਨੂੰ ਤੁਸੀਂ ਇੰਡੀਪੈਂਡੈਂਟ ਕਰ ਚੁੱਕੇ ਹੋ? ਜਿਹੜੇ ਲੋਕਾਂ ਨੂੰ ਸਪਾਈਨ ਦੀ ਇੰਜਰੀ ਹੋਈ ਉਹਨਾਂ ਨੂੰ ਮੋਟੀਵੇਟ ਕੀਤਾ ਤੁਸੀਂ, ਹੁਣ ਉਹ ਲੋਕ ਆਪੋ ਆਪਣਾ ਕੰਮਕਾਜ ਕਰ ਰਹੇ, ਤੁਰ ਫਿਰ ਰਹੇ ਆ ਠੀਕ ਠਾਕ? ਭਾਜੀ ਇਸ ਪਾਸੇ ਨੂੰ 2016 ਦੇ ਵਿੱਚ ਹੀ ਆ ਗਿਆ ਸੀਗਾ। 2016 ਦੇ ਵਿੱਚ CMC ਦੇ ਵਿੱਚ ਜੌਬ ਕਰਦਾ ਸੀਗਾ, ਅਤੇ ਜਦੋਂ ਕਿਸੇ ਪੇਸ਼ੈਂਟ ਦਾ ਪਤਾ ਲੱਗਦਾ ਸੀਗਾ ਅਤੇ ਉਹਦੇ ਘਰੇ ਚਲੇ ਜਾਈਦਾ ਸੀਗਾ, ਉਹਦੇ ਘਰੇ ਜਾ ਕੇ ਉਹਨੂੰ ਮੋਟੀਵੇਟ ਕਰੀਦਾ ਸੀਗਾ, ਉਹਨੂੰ ਸਮਝਾਈਦਾ ਸੀਗਾ ਕਿ ਬੈੱਡ ਨੂੰ ਛੱਡ ਦੇ ਆਪਣੀ ਜ਼ਿੰਦਗੀ ਦੇ ਵਿੱਚ। ਵੀਲਚੇਅਰ ਦੀ ਲਾਈਫ ਬੁਰੀ ਨਹੀਂ ਹੈਗੀ, ਬਿਲਕੁਲ ਵੀ ਬੁਰੀ ਨਹੀਂ ਹੈ। ਇੱਕ ਤੁਸੀਂ ਬੈੱਡ 'ਤੇ ਪਏ ਹੋ, ਟੋਇਲਟ ਵਾਸ਼ਰੂਮ ਲਈ ਵੀ ਮਤਲਬ ਦੂਜੇ ਦਾ ਸਹਾਰਾ ਲੈ ਰਹੇ ਹੋ, 2 ਬੰਦੇ ਤੁਹਾਡੇ ਕੋਲ ਹਮੇਸ਼ਾ ਨੇ ਜਿਹੜੇ ਤੁਹਾਨੂੰ ਚੱਕ ਕੇ ਬਿਠਾਉਣ ਲਈ, ਅਤੇ ਵੀਲਚੇਅਰ 'ਤੇ ਬੈਠੇ ਹੋ, ਬਾਹਰ ਨਿਕਲਣਾ, ਅੰਦਰ ਜਾਣਾ, ਵਾਸ਼ਰੂਮ ਜਾਣਾ, ਫੈਮਿਲੀ ਮੈਂਬਰ ਫ੍ਰੀ ਨਹੀਂ, ਉਹ ਕੁਛ ਵੀ ਆਪਣੀ ਐਕਟੀਵਿਟੀ ਕਰ ਸਕਦੇ ਨੇ। 2016 ਦੇ ਵਿੱਚ ਹੀ ਸਟਾਰਟ ਕੀਤਾ ਸੀਗਾ ਜੀ। ਘਰੇ ਪੇਸ਼ੈਂਟ ਦੇਖਣੇ ਸ਼ੁਰੂ ਕੀਤੇ ਸੀਗੇ ਅਸੀਂ, ਅਤੇ 17 ਦੇ ਵਿੱਚ ਜਲੰਧਰ ਦੇ ਇੱਕ ਪ੍ਰਾਈਵੇਟ ਹਸਪੀਟਲ ਨੇ ਸਾਨੂੰ ਬੁਲਾ ਲਿਆ ਇੱਥੇ। ਅਸੀਂ ਆ ਗਏ, 1 ਸਾਲ ਅਸੀਂ ਉੱਥੇ ਜੌਬ ਕੀਤੀ ਹੈ, ਬਟ ਕਿਸੇ ਕਾਰਨ ਉੱਥੋਂ ਦੀ ਜੌਬ ਛੱਡਣੀ ਪਈ। ਜੌਬ ਛੱਡੀ ਸਡਨਲੀ ਸੀਗੀ, ਕੋਈ ਬਹੁਤ ਵੱਡਾ ਰੀਜ਼ਨ ਨਹੀਂ, ਇੱਕ ਸਮੋਲ ਰੀਜ਼ਨ ਸੀਗਾ, ਉਹ ਵੀ ਪਰਸਨਲੀ ਸੀਗਾ, ਉਹਦੇ ਕਰਕੇ ਜੌਬ ਛੱਡਤੀ ਸੀਗੀ। ਬਟ ਸੈਟਿਸਫੈਕਸ਼ਨ ਮਨ ਨੂੰ ਉਦੋਂ ਮਿਲੀ ਜਦੋਂ ਖੁਦ ਸੈਂਟਰ ਬਣਾ ਲਿਆ। ਇਹ ਟ੍ਰੇਨਿੰਗ ਵਗੈਰਾ ਫਿਰ ਤੁਸੀਂ ਇੰਜਰੀ ਤੋਂ ਬਾਅਦ ਟ੍ਰੇਨਿੰਗਸ ਲਈਆਂ? ਬਿਲਕੁਲ, ਮੈਂ ਇੰਜਰੀ ਤੋਂ ਬਾਅਦ ਹੀ ਸਾਰਾ ਕੁਝ ਸਿੱਖਿਆ, ਅਤੇ ਇੰਜਰੀ ਤੋਂ ਬਾਅਦ ਹੀ ਮਤਲਬ ਸਿਖਾਉਣਾ ਸ਼ੁਰੂ ਕੀਤਾ, ਕਿਉਂਕਿ ਇਸ ਸੈਂਟਰ ਦੇ ਵਿੱਚ ਸਾਨੂੰ ਇਹ ਹੁੰਦਾ ਵਾ ਕਿ ਜੇ ਸਾਡੇ ਕੋਲ ਪੇਸ਼ੈਂਟ ਆ ਗਿਆ, ਪੂਅਰ ਪੇਸ਼ੈਂਟ ਆ ਗਿਆ, ਗਰੀਬ ਹੈ, ਨਹੀਂ ਹੈ, ਸਾਨੂੰ ਇੰਨਾ ਪਤਾ ਕਿ ਯਾਰ ਅਸੀਂ ਇਹਨੂੰ ਇੰਡੀਪੈਂਡੈਂਟ ਕਰਨਾ, ਇਹਦੇ ਕੋਲ ਪੈਸੇ ਹੈਗੇ ਆ ਜਾਂ ਨਹੀਂ ਹੈਗੇ। ਕਿਉਂਕਿ ਅਗਰ ਜੇ ਸਾਡੇ ਕੋਲ 4 ਪੇਸ਼ੈਂਟ ਨੇ, ਜੇ 3 ਦੇ ਰਹੇ ਨੇ ਅਤੇ 1 ਘੱਟ ਵੀ ਦੇਊਗਾ ਤਾਂ ਵੀ ਚੱਲ ਜਾਏਗਾ। ਹਮੇਸ਼ਾ ਪੈਸਾ ਹੀ ਸਾਰਾ ਕੁਝ ਨਹੀਂ ਹੁੰਦਾ। ਇਹ ਚੀਜ਼ਾਂ ਮੈਂ ਆਪਣੀ ਸੱਟ ਤੋਂ ਬਾਅਦ ਸਮਝੀਆਂ ਸੀਗੀਆਂ, ਕਿਉਂਕਿ ਜਦੋਂ ਮੇਰੇ ਸੱਟ ਲੱਗੀ ਸੀਗੀ ਤਾਂ ਮੈਨੂੰ ਕਈ ਜਗ੍ਹਾ ਹੱਥ ਕਰਨ ਦੀ ਵੀ ਨੌਬਤ ਆਈ ਸੀ, ਅਤੇ ਉਹ ਕਹਿ ਲਈਏ ਕਿ ਠੁਕਰਾਇਆ ਵੀ ਗਿਆ ਸੀਗਾ। ਅਤੇ ਉਹ ਮਤਲਬ ਹੁਣ ਇਹ ਸੋਚ ਹੈ ਕਿ ਕੋਈ ਵੀ ਸਾਡਾ ਭੈਣ ਭਰਾ ਜਿਹਦੇ ਵੀ ਇਹ ਸੱਟ ਹੈ, ਉਹ ਬੈਗਰ ਨਾ ਬਣੇ। ਮਤਲਬ ਕੋਈ ਵੀ ਵੀਡੀਓ ਪਾ ਦਿੰਦਾ ਨਾ ਕਿ ਮਤਲਬ ਇਹਦੇ ਸੱਟ ਲੱਗ ਗਈ ਹੈ, ਇਹਨੂੰ ਇਲਾਜ ਕਰਵਾਉਣ ਲਈ ਪੈਸੇ ਦੇ ਦਿਓ, ਇਹਦਾ ਘਰ ਚਲਾਉਣ ਲਈ। ਮੈਂ ਸਮਝਦਾ ਉਹਨੂੰ ਰੀਹੈਬ ਕਰਵਾ ਕੇ ਉਹ ਜਿਹੜੇ ਪੈਸੇ ਤੁਸੀਂ ਉਹਦੇ ਹੱਥ 'ਚ ਦੇ ਰਹੇ ਹੋ ਨਾ, ਉਹਨੂੰ ਕੋਈ ਦੁਕਾਨ ਖੋਲ੍ਹ ਦਿਓ, ਉਹਨੂੰ ਕੋਈ ਕੰਮ ਖੋਲ੍ਹ ਦਿਓ, ਤਾਂ ਕਿ ਉਹਦੀ ਲਾਈਫ ਟਾਈਮ ਉਹਦੀ ਇਨਕਮ ਸ਼ੁਰੂ ਹੋ ਜਾਵੇ। ਸੋ ਇਸ ਤਰ੍ਹਾਂ ਹੌਲੀ ਹੌਲੀ ਭਾਜੀ ਇਹ ਸਟਾਰਟ ਕੀਤਾ ਸੀਗਾ 2018 ਦੇ ਵਿੱਚ, ਅਤੇ ਹੁਣ ਤੱਕ ਅਰਾਊਂਡ 120-25 ਲੋਕਾਂ ਨੂੰ ਇੰਡੀਪੈਂਡੈਂਟ ਕਰ ਚੁੱਕੇ ਹਾਂ, ਅਤੇ ਅੱਗੇ ਦੀ ਦੌੜ ਜਾਰੀ ਹੈ। ਸੋ ਲੱਗੇ ਹੋਏ ਹਾਂ। ਜੋਤੀ ਜੀ ਵੀ ਸਾਡੇ ਨਾਲ ਨੇ, ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਜੋ ਕਿ ਲਾਈਫ ਪਾਰਟਨਰ ਨੇ ਇਹਨਾਂ ਦੇ। ਮੈਮ, ਤੁਸੀਂ ਇਹਨਾਂ ਨੂੰ ਪ੍ਰਪੋਜ਼ ਕੀਤਾ ਜਦੋਂ, ਔਰ ਪਹਿਲਾਂ ਗੱਲਬਾਤ ਹੋਈ ਉੱਥੇ ਜਦੋਂ ਇਲਾਜ ਕਰਵਾ ਰਹੇ ਸੀਗੇ, ਔਰ ਉਸ ਤੋਂ ਬਾਅਦ ਉਦੋਂ ਖਿਆਲ ਪੂਰਾ ਪੱਕਾ ਇਰਾਦਾ ਕਰ ਲਿਆ ਸੀ ਵੀ ਵਿਆਹ ਇੱਧਰ ਹੀ ਕਰਾਉਣਾ? ਹਾਂਜੀ, ਐਕਚੁਅਲੀ ਉਦੋਂ ਤਾਂ ਹੀ ਮੈਨੂੰ ਹੋ ਗਿਆ ਸੀਗਾ ਕਿ ਨਹੀਂ, ਮੈਂ ਵਿਆਹ ਗੁਰਵਿੰਦਰ ਨਾਲ ਹੀ ਕਰਾਂਗੀ। ਨਹੀਂ, ਇਹ ਖਿਆਲ ਕਿਉਂ ਆਇਆ? ਕਿਉਂਕਿ ਅਕਸਰ ਦੇਖਿਆ ਜਾਂਦਾ ਜਦੋਂ ਬੰਦਾ ਇਲਾਜ ਕਰਾਉਣ ਵਾਸਤੇ ਜਾਂਦਾ ਹੈ, ਉਦੋਂ ਪੇਸ਼ੈਂਟ ਦਾ ਔਰ ਡਾਕਟਰ ਵਾਲਾ ਰਿਸ਼ਤਾ ਸੀਗਾ, ਉਸ ਤੋਂ ਬਾਅਦ ਫਿਰ ਕੀ ਸੋਚਿਆ ਤੁਸੀਂ ਮਨ ਦੇ ਵਿੱਚ? ਓਬਵੀਅਸਲੀ ਪਹਿਲਾਂ ਤਾਂ ਰਿਸ਼ਤਾ ਇਹੀ ਸੀਗਾ, ਡਾਕਟਰ ਔਰ ਇੱਕ ਪੇਸ਼ੈਂਟ ਵਾਲਾ ਹੀ, ਪਰ ਹੌਲੀ ਹੌਲੀ ਜਿਵੇਂ ਅਟਰੈਕਸ਼ਨਸ ਵੱਧਦੀਆਂ ਗਈਆਂ, ਹੌਲੀ ਹੌਲੀ ਜਿਵੇਂ ਸਾਡੀ ਗੱਲ ਹੁੰਦੀ ਗਈ, ਕਦੇ ਮੈਸੇਜ ਤਾਂ ਹੋ ਗਈ ਜਾਂ ਕਦੇ ਫੋਨ ਕਾਲ ਹੋ ਗਈ, ਉਦੋਂ ਇੱਕ ਅਟੈਚਮੈਂਟ ਸੀ ਹੌਲੀ ਹੌਲੀ ਬਣਦੀ ਗਈ ਇਹਨਾਂ ਦੀ ਫੈਮਿਲੀ ਦੇ ਨਾਲ, ਇਹਨਾਂ ਦੇ ਨਾਲ। ਉਦੋਂ ਮੈਨੂੰ ਹੋਇਆ ਕਿ ਨਹੀਂ, ਗੁਰਵਿੰਦਰ ਦੇ ਨਾਲ ਹੀ ਮੈਰਿਜ ਕਰਵਾਉਣੀ ਚਾਹੀਦੀ ਹੈ, ਬਟ ਗੁਰਵਿੰਦਰ ਇਸ ਚੀਜ਼ ਨੂੰ ਲੈ ਕੇ ਬਿਲਕੁਲ ਵੀ ਰੈਡੀ ਨਹੀਂ ਸੀਗੇ। 2-3 ਵਾਰ ਮੈਂ ਇਹਨਾਂ ਨੂੰ ਕਿਹਾ ਅਤੇ ਇਹਨਾਂ ਨੇ ਬਿਲਕੁਲ ਨਾ ਹੀ ਕਰ ਦਿੱਤੀ ਸੀ ਕਿ ਨਹੀਂ, ਮੈਂ ਨਹੀਂ ਕਰਵਾਉਣਾ, ਮੈਂ ਮਤਲਬ ਨਹੀਂ, ਇੱਦਾਂ ਪੋਸੀਬਲ ਨਹੀਂ ਹੋ ਸਕਦਾ। ਕਦੀ ਤੂੰ ਦੇਖਿਆ ਅੱਜ ਤੱਕ ਇਹ ਚੀਜ਼ਾਂ ਪੋਸੀਬਲ ਹੁੰਦੀਆਂ? ਲਾਈਫ ਬੜੀ ਮਤਲਬ ਔਖੀ ਆ, ਜਦੋਂ ਜੀਵਾਂਗੇ ਪਤਾ ਉਦੋਂ ਲੱਗੇਗੀ, ਗੱਲਾਂ ਨਾਲ ਤਾਂ ਬਹੁਤ ਵਧੀਆ ਲੱਗਦਾ, ਬਟ ਨਹੀਂ, ਮੈਨੂੰ ਇਹ ਸੀਗਾ ਕਿ ਨਹੀਂ, ਮੈਂ ਮੈਰਿਜ ਕਰਵਾਉਣੀ ਤੇ ਤੁਹਾਡੇ ਨੇ ਕਰਾਉਣੀ ਤਾਂ ਨਹੀਂ। ਬਟ ਕਾਫੀ ਸਾਰੇ ਇਸ਼ੂ ਸੀਗੇ, ਮੇਰੀ ਫੈਮਿਲੀ ਦੇ ਇਸ਼ੂ ਸੀਗੇ, ਉਹਨਾਂ ਨੂੰ ਪਸੰਦ ਨਹੀਂ ਸੀਗਾ ਕਿ ਨਹੀਂ, ਵੀਲਚੇਅਰ ਵਾਲੇ ਮੁੰਡੇ ਨਾਲ ਅਸੀਂ ਮੈਰਿਜ ਨਹੀਂ ਕਰਾਉਣੀ ਜੀ, ਰਿਸ਼ਤੇਦਾਰ ਕੀ ਕਹਿਣਗੇ, ਲੋਕ ਕੀ ਕਹਿਣਗੇ, ਸਾਡੀ ਇੱਕ ਇਮੇਜ ਬਣੀ ਹੋਈ ਆ। ਬਟ ਮੈਨੂੰ ਇਹ ਸੀਗਾ ਕਿ ਤੁਸੀਂ ਜੋ ਕਰਨਾ ਕਰ ਲਓ, ਬਟ ਮੈਂ ਤੇ ਗੁਰਵਿੰਦਰ ਨਾਲ ਹੀ ਮੈਰਿਜ ਕਰਵਾਉਣੀ ਆ। ਫਿਰ ਉਹਨਾਂ ਨੇ ਮੈਨੂੰ ਇੱਕ ਦਿਨ ਕਹਿ ਦਿੱਤਾ ਕਿ ਠੀਕ ਹੈ, ਮਤਲਬ ਜੇ ਤੂੰ ਨਹੀਂ ਮੰਨਣਾ ਨਾ ਫਿਰ, ਤੇ ਇੱਕ ਪਾਸੇ ਦੀ ਹੋ ਜਾ।
ਫਿਰ ਮੈਂ ਵੀ ਕਹਿ ਦਿੱਤਾ, ਮੈਂ ਕਿ ਠੀਕ ਹੈ, ਜੇ ਤੁਸੀਂ ਮਤਲਬ ਇੱਦਾਂ ਹੀ ਚਾਹੁੰਦੇ ਹੋ ਫਿਰ ਮੈਂ ਇੱਕ ਪਾਸੇ ਦੀ ਹੋ ਕੇ ਦਿਖਾਵਾਂਗੀ ਤੁਹਾਨੂੰ। ਫਿਰ ਫਾਈਨਲੀ ਉਹਨਾਂ ਨੇ ਮੇਰੀ ਮੈਰਿਜ ਦੀਆਂ ਪਲੈਨਿੰਗਸ ਕਰਨੀਆਂ ਸਟਾਰਟ ਕਰ ਦਿੱਤੀਆਂ ਕਿ ਨਹੀਂ ਹੁਣ ਮੈਰਿਜ ਕਰ ਦਿਓ ਫਟਾਫਟ। ਇਹਨੇ ਗੱਲ ਮੰਨੀ ਨਹੀਂ ਹੈਗੀ, ਇਹਨੇ ਆਪਣੀ ਜਿੱਦ ਫੜ ਲਈ ਆ। ਫਿਰ ਇੱਕ ਦਿਨ ਮੈਂ ਗੁਰਵਿੰਦਰ ਨੂੰ ਕਹਿ ਦਿੱਤਾ ਰਾਤ ਨੂੰ ਸਡਨਲੀ ਕਿ ਨਹੀਂ ਮੈਂ ਸਵੇਰੇ ਮੈਰਿਜ ਕਰਵਾਉਣੀ ਆ। ਔਰ ਇਹ ਮੈਨੂੰ ਕਹਿੰਦੇ ਤੇਰਾ ਦਿਮਾਗ ਖਰਾਬ ਹੋ ਗਿਆ, ਤੂੰ ਇੰਨੀ ਜਲਦੀ ਕਹਿ ਰਹੀ ਆ, ਸਵੇਰੇ ਕਿੱਦਾਂ ਸਾਰਾ ਕੁਝ ਪੋਸੀਬਲ ਹੋ ਜਾਏਗਾ, ਮਤਲਬ ਇੱਕ ਵਾਰੀ ਸੋਚ ਕੇ ਤਾਂ ਦੇਖ ਮੈਂ ਕਿੱਦਾਂ ਸਾਰੇ ਅਰੇਂਜਮੈਂਟ ਕਰਾਂ। ਮੈਂ ਕਿਹਾ ਮੈਨੂੰ ਨਹੀਂ ਪਤਾ, ਮੈਂ ਸਵੇਰੇ ਮੈਰਿਜ ਕਰਵਾਉਣੀ ਆ। ਫਿਰ ਅਸੀਂ 12 ਅਕਤੂਬਰ 2016 ਨੂੰ ਮਤਲਬ ਮਾਰਨਿੰਗ ਮੈਰਿਜ ਕਰਵਾਤੀ ਸੀ ਚੰਡੀਗੜ੍ਹ ਦੇ ਵਿੱਚ। ਇਹਨਾਂ ਦੀਆਂ ਜਿੱਦਾਂ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਇਹਨਾਂ ਦੀਆਂ ਗੱਲਾਂ, ਤੁਹਾਡੇ ਮਾਈਂਡ ਤੇ ਵੀ ਕੋਈ ਪ੍ਰਭਾਵ ਪਾਇਆ ਗੱਲਾਂ ਨੇ ਬਈ ਲੋਕਾਂ ਨੂੰ ਜਿਹੜੇ ਡਿਮੋਰਲਾਈਜ਼ ਹੋਏ ਹੁੰਦੇ ਆ ਲੋਕ ਉਹਨਾਂ ਤੇ ਪ੍ਰਭਾਵ ਪਾ ਦਿੰਦੀਆਂ, ਉਹਨਾਂ ਨੂੰ ਮੋਟੀਵੇਟ ਕਰਦੇ ਆ, ਇਸੇ ਤਰ੍ਹਾਂ ਦਾ ਸੀਗਾ ਕੁਝ? ਜਦੋਂ ਮੈਂ ਮਤਲਬ ਗੁਰਵਿੰਦਰ ਨੂੰ ਮੈਂ ਮਿਲੀ ਨਹੀਂ ਸੀਗੀ ਹਸਪੀਟਲ ਦੇ ਵਿੱਚ, ਗੱਲ ਇੱਥੋਂ ਹੋਈ ਸੀਗੀ ਕਿ ਗੁਰਵਿੰਦਰ ਨੇ ਜਿੱਦਾਂ ਯੂਰੋ ਪਾਈਪ ਲੱਗਾ ਹੋਇਆ ਸੀਗਾ ਤੇ ਉਹ ਚੇਂਜ ਕਰਨਾ ਸੀਗਾ। ਤੇ ਜਿਹੜਾ ਮੇਰਾ ਸਟਾਫ ਸੀਗਾ, ਮੇਰਾ ਸੀਨੀਅਰ ਸਟਾਫ ਸੀਗਾ, ਉਸ ਦਿਨ ਮੈਂ ਛੁੱਟੀ ਤੇ ਸੀਗੀ, ਉਹਨਾਂ ਕੋਲ ਹੋ ਨਹੀਂ ਰਿਹਾ ਸੀਗਾ। ਤੇ ਗੁਰਵਿੰਦਰ ਨੇ ਉਹਨਾਂ ਨੂੰ ਕਿਹਾ ਕਿ ਛੱਡੋ ਯਾਰ ਮੈਂ ਖੁਦ ਹੀ ਕਰ ਲਾਂਗਾ, ਮੇਰੀ ਤਾਂ ਰੋਜ਼ ਦੀ ਪ੍ਰੈਕਟਿਸ ਆ। ਤੇ ਇਹਨਾਂ ਨੇ ਆਪਣਾ ਇੱਦਾਂ ਯੂਰੋ ਪੈਕ ਚੇਂਜ ਕਰ ਲਿਆ ਔਰ ਪਾਈਪ ਵੀ ਚੇਂਜ ਕਰ ਲਿਆ। ਮੈਂ ਬੜੀ ਐਕਸਾਈਟਿਡ ਸੀਗੀ ਯਾਰ, ਇੱਕ ਸਪਾਈਨਲ ਕੋਰਡ ਇੰਜਰੀ ਪੇਸ਼ੈਂਟ ਹੋ ਕੇ ਇੱਦਾਂ ਕਿਵੇਂ ਕਰ ਸਕਦਾ ਹੈ ਕਿ ਆਪਣਾ ਯੂਰਨ ਬੈਗ ਖੁਦ ਹੀ ਪਾ ਰਿਹਾ ਆ ਤੇ ਜਾਂ ਪਾਈਪ ਵੀ ਖੁਦ ਲਗਾ ਰਿਹਾ ਆ। ਉਸ ਤੋਂ ਬਾਅਦ ਮੇਰੇ ਸਟਾਫ ਨੇ ਜਦੋਂ ਮੈਨੂੰ ਕਿਹਾ ਕਿ ਇੱਦਾਂ ਹੋਇਆ, ਮੈਂ ਉਹ ਚੀਜ਼ ਦੇਖਣਾ ਚਾਹੁੰਦੀ ਸੀ ਕਿ ਇੱਦਾਂ ਕਿੱਦਾਂ ਪੋਸੀਬਲ ਹੋ ਸਕਦਾ ਕਿ ਪੇਸ਼ੈਂਟ ਹੀ ਆਪਣਾ ਟ੍ਰੀਟਮੈਂਟ ਖੁਦ ਕਰ ਰਿਹਾ। ਔਰ ਫਿਰ ਮੈਨੂੰ ਜਦੋਂ ਮੈਂ ਗੁਰਵਿੰਦਰ ਨੂੰ ਪੁੱਛਿਆ, ਫਿਰ ਇਹਨਾਂ ਨੇ ਐਕਸਪਲੇਨ ਕੀਤਾ ਕਿ ਹਾਂ ਮੈਂ ਇੱਕ ਸਪਾਈਨਲ ਕੋਰਡ ਇੰਜਰੀ ਆ, ਤਾਂ ਮੈਂ ਰੋਜ਼ CIC ਕਰਦਾ ਆ, ਮੈਂ ਰੋਜ਼ ਪਾਈਪ ਪਾਉਣਾ ਆ, ਮੈਨੂੰ ਵੇ ਪਤਾ ਆ ਕਿਸ ਤਰ੍ਹਾਂ ਪਾਉਣਾ ਹੈ, ਇਸ ਲਈ ਮੈਨੂੰ ਕੋਈ ਡਰ ਵਾਲੀ ਗੱਲ ਨਹੀਂ ਹੈ, ਮੈਂ ਇਸ ਲਈ ਪਾ ਲਿਆ। ਮੈਂ ਕਿਹਾ ਓਕੇ। ਉਹ ਚੀਜ਼ ਮੈਨੂੰ ਬੜੀ ਮਤਲਬ ਨਾ ਜਿੱਦਾਂ ਐਕਸਾਈਟਿਡ ਜੀ ਵਾਲੀ ਸੀਗੀ ਕਿ ਯਾਰ ਇੱਦਾਂ ਵੀ ਹੋ ਸਕਦਾ ਆ, ਇੱਦਾਂ ਕਿਵੇਂ ਹੋ ਸਕਦਾ ਆ। ਫਿਰ ਉਹ ਹੌਲੀ ਹੌਲੀ ਜਿਵੇਂ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਉਹ ਅਟਰੈਕਟਿਵ ਹੁੰਦੀਆਂ ਗਈਆਂ, ਮੈਨੂੰ ਵਧੀਆ ਲੱਗਣ ਲੱਗ ਗਿਆ ਕਿ ਯਾਰ ਕੋਈ ਗੱਲ ਤਾਂ ਹੈਗੀ ਆ ਮੁੰਡੇ ਦੇ ਵਿੱਚ ਖਾਸ ਕੀ, ਮਤਲਬ ਇੱਦਾਂ ਹੋ ਸਕਦਾ। ਬਸ ਉਹੀ ਚੀਜ਼ਾਂ ਜਿਹੜੀਆਂ ਹੌਲੀ ਹੌਲੀ ਮੈਨੂੰ ਇਹਨਾਂ ਵੱਲ ਅਟਰੈਕਟਿਵ ਕਰ ਗਈਆਂ। ਲੋਕਾਂ ਦੇ ਬਹੁਤ ਸਾਰੇ ਤਾਨੇ ਮਿਹਣੇ ਵੀ ਸਹਿਣੇ ਪਏ ਹੋਣੇ ਜਿੱਦਾਂ ਤੁਹਾਡੇ ਪਰਿਵਾਰ ਨੇ, ਰਿਸ਼ਤੇਦਾਰਾਂ ਨੇ ਕਿਹਾ? ਉਹ ਤੇ ਅਨਲਿਮਿਟਿਡ ਸੀਗੇ, ਮਤਲਬ ਜਿੱਦਾਂ ਮੈਂ ਤਾਂ ਗੁਰਵਿੰਦਰ ਕਿਤੇ ਜਾਂਦੇ ਸੀ ਜਾਂ ਜਿਸ ਤਰ੍ਹਾਂ ਡੇਟ 'ਤੇ ਚਲੇ ਗਏ ਜਾਂ ਕਿਤੇ ਘੁੰਮਣ ਚਲੇ ਗਏ ਆਫਟਰ ਮੈਰਿਜ, ਲੋਕ ਮੈਨੂੰ ਇੱਦਾਂ ਦੇਖਦੇ ਸੀ ਕਿ ਜਿੱਦਾਂ ਮੈਂ ਸੀਰੀਅਸਲੀ ਜਿੱਦਾਂ ਅਸੀਂ ਕਿਸੇ ਦਾ ਮਰਡਰ ਕਰ ਦਿੱਤਾ ਹੁੰਦਾ ਨਾ, ਵੀ ਲੋਕ ਇੱਕ ਗੰਦੀ ਨਜ਼ਰ ਨਾਲ ਦੇਖਦੇ ਆ, ਲੋਕ ਮੈਨੂੰ ਇੱਦਾਂ ਦੇਖਦੇ ਸੀਗੇ। ਪਹਿਲਾਂ ਤਾਂ ਮੈਨੂੰ ਇਹ ਚੀਜ਼ਾਂ ਬੜੀਆਂ ਅਜੀਬ ਲੱਗਦੀਆਂ ਸੀ ਕਿ ਕਿਉਂ ਮੈਨੂੰ ਦੇਖਦੇ ਆ, ਮੈਂ ਕਿਹੜਾ ਐਡਾ ਵੱਡਾ ਕੋਈ ਗੁਨਾਹ ਕਰ ਦਿੱਤਾ, ਇੱਕ ਮੈਰਿਜ ਹੀ ਤਾਂ ਕਰਵਾਈ ਆ, ਲੋਕ ਵੀ ਕਰਵਾਉਂਦੇ ਨੇ। ਔਰ ਮੈਂ ਔਰ ਗੁਰਵਿੰਦਰ ਨੇ ਜਦੋਂ ਘਰ ਆਉਣਾ, ਸਾਡਾ ਇਹੀ ਟੌਪਿਕ ਹੁੰਦਾ ਸੀ ਸਾਰੀ ਫੈਮਿਲੀ ਦੇ ਵਿੱਚ ਬੈਠ ਕੇ ਮੈਂ ਸਾਰਿਆਂ ਨੇ ਡਿਸਕਸ ਕਰਨਾ ਕਿ ਮੰਮੀ ਜਦੋਂ ਮੈਂ ਬਾਹਰ ਜਾਂਦੀ ਹਾਂ ਲੋਕ ਮੈਨੂੰ ਇੱਦਾਂ ਦੇਖਦੇ ਆ, ਜਾਂ ਮੈਂ ਛੋਟੇ ਬ੍ਰਦਰ ਨੂੰ ਕਹਿਣਾ ਕਿ ਉਹ ਮੈਨੂੰ ਇੱਦਾਂ ਦੇਖਦੇ ਆ, ਉਹਨਾਂ ਨੇ ਮੈਨੂੰ ਕਹਿਣਾ ਯਾਰ ਇਗਨੋਰ ਕਰ, ਛੱਡ, ਲੋਕਾਂ ਦਾ ਤਾਂ ਕੰਮ ਆ। ਅੱਛਾ ਹੌਲੀ ਹੌਲੀ 2-3 ਮੰਥ ਜਿੱਦਾਂ ਮਤਲਬ ਬੀਤਦੇ ਗਏ, ਫਿਰ ਮੈਂ ਇਗਨੋਰ ਮਾਰਨਾ ਛੱਡ ਦਿੱਤਾ ਲੋਕਾਂ ਨੂੰ ਕਿ ਛੱਡ ਯਾਰ, ਲੋਕਾਂ ਦੀ ਤਾਂ ਗੱਲਾਂ ਹੁੰਦੀਆਂ ਰਹਿਣੀਆਂ। ਔਰ ਓਬਵੀਅਸਲੀ ਇਹ ਫੈਮਿਲੀ ਮੈਂਬਰਸ ਦਾ ਵੀ ਹੁੰਦਾ ਸੀ, ਜਿਵੇਂ ਗੁਰਵਿੰਦਰ ਦੀ ਫੈਮਿਲੀ ਮੈਂਬਰ ਸੀਗੇ, ਰਿਸ਼ਤੇਦਾਰ ਸੀਗੇ, ਔਰ ਰਿਸ਼ਤੇਦਾਰਾਂ ਦਾ ਮੋਸਟਲੀ ਹੁੰਦਾ ਸੀ ਯਾਰ ਸਾਡੇ ਮੁੰਡੇ ਤਾਂ ਬੈਠੇ ਹੋਏ ਆ, ਇਹਨਾਂ ਨੂੰ ਪਤਾ ਨਹੀਂ ਇੰਨੀ ਵਧੀਆ ਕੁੜੀ ਕਿੱਦਾਂ ਮਿਲ ਗਈ, ਇਹਨਾਂ ਦੇ ਮੁੰਡੇ ਬੈਠੇ ਦੀ ਮੈਰਿਜ ਹੋ ਗਈ ਹੈ, ਸਾਡੇ ਕੰਮ ਕਰਦੇ ਦੀ ਨਹੀਂ ਹੁੰਦੀ। ਔਰ ਮੈਨੂੰ ਬੜਾ ਫਿਰ ਹੁੰਦਾ ਸੀਗਾ ਕਿ ਇੱਦਾਂ ਕਿਉਂ ਕਹਿ ਜਾਂਦੇ ਨੇ, ਮੈਂ ਕੀ ਇਹੋ ਜਿਹਾ ਗੁਨਾਹ ਕਰ ਦਿੱਤਾ ਹੈ ਨਾ। ਜਾਂ ਮੇਰੀ ਫੈਮਿਲੀ ਨੇ ਜਦੋਂ ਮੈਨੂੰ ਛੱਡ ਦਿੱਤਾ ਉਦੋਂ ਵੀ ਮੈਨੂੰ ਲੱਗਾ ਇਹ ਚੀਜ਼ ਕਿ ਉਹਨਾਂ ਨੇ ਮੈਨੂੰ ਪਤਾ ਨਹੀਂ ਕਿਉਂ ਛੱਡ ਦਿੱਤਾ। ਫਿਰ ਮੈਨੂੰ ਇੱਕ ਟਾਈਮਲੀ ਹੋਇਆ ਕਿ ਹਾਂ ਜੇ ਉਹ ਅੱਜ ਪੇਰੈਂਟਸ ਨੇ ਉਹ ਇਹ ਚੀਜ਼ ਨਾਲ ਫੀਲ ਕਰ ਰਹੇ ਨੇ ਕਿ ਮੈਂ ਉਹਨਾਂ ਨੂੰ ਛੱਡ ਦਿੱਤਾ, ਕੱਲ੍ਹ ਨੂੰ ਹੋ ਸਕਦਾ ਕਿ ਸਾਡੇ ਬੱਚੇ ਵੀ ਇਹ ਚੀਜ਼ ਦੀ ਪੁਆਇੰਟ ਲੈਣ ਹੈ ਨਾ, ਕਿ ਇੱਦਾਂ ਦਾ ਕੋਈ ਸਟੈਪ ਚੱਕ ਲੈਣ, ਉਹ ਚੀਜ਼ਾਂ ਸਾਡੇ 'ਤੇ ਵੀ ਫੇਸ ਹੋਣਗੀਆਂ ਕਦੇ। ਫਿਰ ਇੱਦਾਂ ਹੌਲੀ ਹੌਲੀ ਫਿਰ ਬਸ ਨਹੀਂ ਕੋਈ ਗੱਲ ਨਹੀਂ ਹੁੰਦੀ। ਜਿਵੇਂ 3.5 ਸਾਲ ਹੋ ਗਏ ਨੇ ਸਾਡੀ ਮੈਰਿਜ ਨੂੰ, ਅੱਜ ਤੱਕ ਉਹਨਾਂ ਦੀ ਕਦੀ ਕੋਈ ਕਾਲ ਨਹੀਂ ਆਈ, ਸੋ ਮੈਂ ਵੀ ਕਦੀ ਕਾਲ ਨਹੀਂ ਕੀਤੀ ਉਹਨਾਂ ਨੂੰ। ਸੈਂਟਰ ਠੀਕ ਠਾਕ ਵਧੀਆ ਚੱਲ ਰਿਹਾ ਹੈ ਔਰ ਸੁਭਾਅ ਤੋਂ ਵੀ ਠੀਕ ਲੱਗਦੇ ਨੇ ਕਿ ਲੋਕਾਂ ਨੂੰ ਮੋਟੀਵੇਟ ਕਰਦੇ ਨੇ, ਔਰ ਚੰਗੀ ਗੱਲ ਵੀ ਹੈ ਕਿਉਂਕਿ ਦੇਖੋ ਡਿਪਰੈਸ਼ਨ ਦੇ ਵਿੱਚ ਬੰਦਾ, ਜਿੱਦਾਂ ਗੱਲ ਅਸੀਂ ਕਰ ਰਹੇ ਸੀਗੇ ਕਿ ਬੰਦਾ ਡਿਪਰੈਸ਼ਨ 'ਚ ਚਲਾ ਜਾਂਦਾ ਬੈੱਡ 'ਤੇ, ਔਰ ਉਸ ਤੋਂ ਬਾਅਦ ਹੀ ਖਿਆਲ ਆਉਂਦੇ ਆ, ਜਿੱਦਾਂ ਇਹਨਾਂ ਨੇ ਕਿਹਾ ਕਿ 3 ਵਾਰ ਸੁਸਾਈਡ ਅਟੈਂਪਟ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ, ਪਰ ਚਲੋ ਵਧੀ ਸੀਗੀ ਔਰ ਲੋਕਾਂ ਦਾ ਬਹੁਤ ਸਾਰਿਆਂ ਦਾ ਭਲਾ ਕਰਨਾ ਸੀਗਾ, ਸ਼ਾਇਦ ਇਸੇ ਵਜ੍ਹਾ ਦੇ ਨਾਲ ਵਧੀ ਸੀਗੀ। ਔਰ ਇਹੋ ਜਿਹੇ ਖਿਆਲਾਤ ਬੰਦੇ ਦੇ ਮਾਈਂਡ ਦੇ ਵਿੱਚ ਆਉਂਦੇ ਆ। ਤੁਸੀਂ ਸੈਂਟਰ ਚਲਾਉਣ ਲਈ ਫਿਰ ਜਦੋਂ ਇਕੱਠਿਆਂ ਸ਼ੁਰੂ ਕੀਤਾ ਸੀਗਾ ਕੰਮ? ਫਿਰ ਹਾਂਜੀ ਸੈਂਟਰ ਅਸੀਂ ਇਕੱਠੇ ਸਟਾਰਟ ਕੀਤਾ ਸੀਗਾ, ਮੈਂ ਔਰ ਗੁਰਵਿੰਦਰ ਨੇ ਮਿਲ ਕੇ 2019 ਦੇ ਵਿੱਚ, ਅਸੀਂ 18 ਦੇ ਵਿੱਚ ਇਹ ਸੈਂਟਰ ਸਟਾਰਟ ਕਰ ਦਿੱਤਾ ਸੀ ਦਸੰਬਰ ਮੰਥ ਦੇ ਵਿੱਚ। ਹੁਣ ਲਾਈਫ ਕਿੱਦਾਂ ਠੀਕ ਚੱਲ ਰਹੀ ਹੈ? ਹਾਂ ਬਹੁਤ ਵਧੀਆ ਚੱਲ ਰਹੀ ਹੈ, ਫੁੱਲ ਇੰਜੋਏ ਕਰੀਦਾ ਲਾਈਫ ਨੂੰ, ਕੋਈ ਹੈ ਹੀ ਨਹੀਂ ਇੱਦਾਂ ਦੀ ਕੋਈ ਟੈਨਸ਼ਨ। ਬਾਕੀ ਛੋਟੀਆਂ ਮੋਟੀਆਂ ਟੈਨਸ਼ਨਾਂ ਤਾਂ ਚੱਲਦੀਆਂ ਰਹਿੰਦੀਆਂ ਹਰ ਇੱਕ ਦੀ ਲਾਈਫ 'ਚ। ਤੁਸੀਂ ਕਹੋਗੇ ਕੁਝ? ਹਾਂਜੀ ਬਿਲਕੁਲ ਭਾਜੀ, ਐਕਚੁਅਲੀ ਡਿਸੇਬਲਡ ਹੋ ਜਾਂਦਾ ਨਾ ਜਦੋਂ ਕੋਈ, ਤਾਂ ਲੋਕਾਂ ਦੀ ਥਿੰਕਿੰਗ, ਮੈਨੂੰ ਨਹੀਂ ਪਤਾ ਹੈਗਾ, ਸ਼ਾਇਦ ਮੇਰੇ ਨਾਲ ਹੀ ਹੋਇਆ ਇਸ ਤਰ੍ਹਾਂ,
ਕਿ ਇਹ ਹੋ ਜਾਂਦੀ ਹੈ ਕਿ ਸ਼ਾਇਦ ਨਾ ਇਹ ਕੁਝ ਕਰਨ ਜੋਗਾ ਨਹੀਂ ਹੈ ਹੁਣ, ਕਿ ਡਿਸੇਬਲਡ ਹੈ ਤਾਂ ਪਤਾ ਨਹੀਂ ਮੰਗ ਕੇ ਹੀ ਖਾਣਾ ਇਹਨੇ। ਬਟ ਮੈਂ ਇਸ 'ਤੇ ਕਹਿਣਾ ਚਾਹੂੰਗਾ ਇੱਥੇ ਥੋੜ੍ਹਾ ਜਿਹਾ ਗਲਤ ਹੋ ਜਾਂਦਾ। ਅਗਰ ਤੁਸੀਂ ਡਿਸੇਬਲਡ ਨੂੰ ਥੋੜ੍ਹਾ ਜਿਹਾ ਪੁਸ਼ਅਪ ਦਿਓਗੇ ਨਾ, ਉਹ ਇੰਨਾ ਕੁ ਅੱਗੇ ਲੰਘ ਜਾਏਗਾ ਕਿ ਨਾਰਮਲ ਬੰਦੇ ਨਾਲੋਂ ਵੱਧ ਕੰਮ ਕਰ ਜਾਏਗਾ। ਔਰ ਮੈਨੂੰ ਖੁਦ ਨੂੰ ਇਸ ਕਰਕੇ ਫੀਲ ਹੁੰਦਾ ਕਿ 2014 'ਚ ਮੈਨੂੰ ਜੋਬ ਲਈ ਤਰਸਣਾ ਪੈਂਦਾ ਸੀਗਾ, ਅਤੇ ਅੱਜ ਰੱਬ ਦੀ ਕਿਰਪਾ ਨਾਲ ਮੇਰੇ ਕੋਲ 4 ਜਣੇ ਕੰਮ ਕਰਦੇ ਆ, ਅਤੇ ਮੈਂ ਇਸ ਜੋਗਾ ਮੈਨੂੰ ਪ੍ਰਮਾਤਮਾ ਨੇ ਕੀਤਾ ਕਿ 4 ਜਣੇ ਮੇਰੇ ਕੋਲ ਕੰਮ ਕਰ ਪਾ ਰਹੇ ਆ। ਮੈਂ 4 ਜਣਿਆਂ ਦਾ ਕਿਤੇ ਨਾ ਕਿਤੇ ਨਾਲ ਲੱਗ ਕੇ ਘਰ ਚਲਾ ਪਾ ਰਿਹਾ ਹਾਂ। ਸੋ ਕਿਸੇ ਨੂੰ ਵੀ ਡੀਮੋਟੀਵੇਟ ਨਾ ਕੀਤਾ ਜਾਵੇ, ਅੱਗੇ ਵਧਣ ਲਈ ਹਿੰਮਤ ਦਿਓ। ਜੇ ਅਗਰ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ, ਨਾ ਕਿ ਇਕੱਲੀ ਸਪਾਈਨਲ ਕੋਰਡ ਇੰਜਰੀ, ਅਗਰ ਕਿਸੇ ਵੀ ਤਰੀਕੇ ਨਾਲ ਅਗਰ ਕੋਈ ਤੁਹਾਡੇ ਆਸੇ-ਪਾਸੇ ਜਾਂ ਕੋਈ ਵੀ ਘਰ 'ਚ ਦੁਖੀ ਹੈ, ਉਹਨਾਂ ਡਿਸਕਸ ਕਰਕੇ ਉਸ ਚੀਜ਼ ਨੂੰ ਸੌਰਟ ਆਊਟ ਕੀਤਾ ਜਾਵੇ, ਤਾਂ ਉਹ ਹਰ ਚੀਜ਼ ਦਾ ਹੱਲ ਹੈਗਾ। ਐਸੀ ਕੋਈ ਚੀਜ਼ ਨਹੀਂ ਹੈ ਕਿ ਜਿਹਦਾ ਹੱਲ ਨਹੀਂ ਹੈ। ਜ਼ਿਆਦਾਤਰ ਜਿਹੜੇ ਤੁਹਾਡੇ ਤੋਂ ਲੋਕ ਠੀਕ ਹੋ ਕੇ ਗਏ ਆ, ਕੰਮ ਕਾਜ ਕੀ ਕਰ ਰਹੇ ਉਹ ਲੋਕ? ਭਾਜੀ ਮੋਸਟ ਆਫ ਦਾ ਜਿਵੇਂ ਘਰ ਦੇ ਵਿੱਚ ਕੋਈ ਸ਼ੌਪ ਪਾ ਲਈ, ਜਾਂ ਕੋਈ ਕੈਂਟੀਨ ਵਗੈਰਾ ਲੈ ਲਈ ਸਕੂਲ ਦੇ ਵਿੱਚ ਕਿਤੇ, ਤਾਂ ਉਹ ਵਿਦ ਹੈਲਪ ਪਰਸਨਸ ਸਟਾਰਟ ਕਰ ਲੈਂਦੇ ਨੇ। ਅਤੇ ਜਿਸ ਤਰ੍ਹਾਂ ਛੋਟੇ ਮਤਲਬ ਕੁਛ ਨੇ ਜਿਹੜੇ ਕਿ ਟਰਾਈਸਾਈਕਲਸ ਦੇ ਕੁਛ ਸਮਾਨ ਸਮੂਨ ਬਣਾ ਕੇ ਵੇਚ ਰਹੇ ਨੇ। ਸੋ ਇਸ ਤਰੀਕੇ ਨਾਲ ਜਿਹਦੀ ਜਿੱਦਾਂ ਦੀ ਅਪਰੋਚ ਹੁੰਦੀ ਹੈ, ਉਸ ਤਰੀਕੇ ਨਾਲ ਕੰਮ ਨੂੰ ਸਟਾਰਟ ਕਰ ਲੈਂਦਾ। ਅਤੇ ਡਿਪੈਂਡ ਕਰਦਾ ਕਿ ਉਹਦੀ ਫਾਈਨੈਂਸਿਸ ਕੰਡੀਸ਼ਨਸ ਕਿੱਦਾਂ ਦੀਆਂ ਨੇ। ਜੇ ਕਿਸੇ ਕੋਲ ਵਧੀਆ ਹੈਗਾ ਤਾਂ ਉਹ ਵਧੀਆ ਕਰ ਲੈਂਦਾ ਵਾ। ਲੋਕ ਤੁਹਾਡੇ ਤੱਕ ਰੀਚ ਕਿੱਦਾਂ ਕਰਦੇ, ਸੰਪਰਕ ਕਿੱਦਾਂ ਕਰਦੇ? 1-2 ਪੇਸ਼ੈਂਟ ਜਿਹੜੇ ਰਾਜਸਥਾਨ ਤੋਂ ਵੀ ਹੈਗੇ ਆ, ਅਦਰ ਡਿਸਟ੍ਰਿਕਟ ਤੋਂ ਵੀ ਹੈਗੇ ਲੋਕ? ਭਾਜੀ ਬੇਸਿਕਲੀ YouTube ਦੇ ਉੱਤੇ ਵੀ ਹੈਗਾ ਮੇਰਾ ਗੁਰਜੋਤ ਸਪਾਈਨਲ ਰੀਹੈਬ ਦੇ ਨਾਮ 'ਤੇ, ਫੇਸਬੁੱਕ 'ਤੇ ਵੀ ਹੈ, ਇੰਸਟਾਗ੍ਰਾਮ 'ਤੇ ਵੀ ਹੈ। ਜਿਹੜਾ ਤਾਂ ਕੋਈ ਸੋਸ਼ਲੀ ਐਕਟੀਵੇਟ ਹੈਗਾ, ਜਾਂ ਅਸੀਂ ਜਦੋਂ ਵੀ ਕੋਈ ਵੀਡੀਓ ਪਾਈ ਦੀ ਹੈ, ਉਹ ਕਿਤੇ ਨਾ ਕਿਤੇ ਸ਼ੇਅਰ ਹੋ ਜਾਂਦੀ ਹੈ। ਅਤੇ ਜਾਂ ਕੁਛ ਪਹਿਲਾਂ ਵੀ ਜਿਵੇਂ ਇੰਟਰਵਿਊਜ਼ ਹੋਏ ਆ, ਉਹ ਸ਼ੇਅਰ ਹੋਣ ਤੋਂ ਬਾਅਦ ਇਹ ਜਿਹੜੇ ਰਾਜਸਥਾਨ ਤੋਂ ਭਾਈ ਸਾਹਿਬ ਨੇ, ਇਹ ਮੇਰਾ ਇੱਕ ਇੰਟਰਵਿਊ ਹੋਇਆ ਸੀਗਾ, ਇੱਕ ਪ੍ਰਾਈਵੇਟ ਚੈਨਲ ਹੈ, ਉਹਨਾਂ ਨੇ ਕੀਤਾ ਸੀਗਾ ਉਦੋਂ ਅਰਾਊਂਡ 1 ਸਾਲ ਪਹਿਲਾਂ। ਉਹ ਇੰਟਰਵਿਊ ਦੇ ਥਰੂ ਇਹਨਾਂ ਨੂੰ ਮੇਰਾ ਨੰਬਰ ਮਿਲ ਗਿਆ ਅਤੇ ਮੇਰੇ ਤੱਕ ਕੰਟੈਕਟ ਕਰਕੇ ਆ ਗਏ। ਸੋ ਹੁਣ ਮਤਲਬ 10 ਸਾਲ ਤੋਂ ਬੈੱਡ 'ਤੇ ਸੀਗੇ, ਅੱਜ ਦੇ ਟਾਈਮ 'ਚ 10 ਡੇਜ਼ ਦੇ ਵਿੱਚ ਕੁਛ ਨਾ ਕੁਛ ਇੰਡੀਪੈਂਡੈਂਟ ਨੇ। ਜਿਹੜਾ ਕਿ ਬੰਦਾ 10 ਸਾਲ ਤੋਂ ਟੋਇਲਟ ਵਾਸ਼ਰੂਮ ਬੈੱਡ 'ਤੇ ਕਰ ਰਿਹਾ ਸੀ, ਅੱਜ ਉਹ ਆਪੇ ਜਾ ਰਿਹਾ ਵਾਸ਼ਰੂਮ ਦੇ ਵਿੱਚ ਕਰਨ ਲਈ। ਅਸੀਂ ਕਦੀ ਵੀ ਆਪਣੇ ਪੇਸ਼ੈਂਟ ਨੂੰ ਇਹ ਨਹੀਂ ਕਹਿੰਦੇ ਹੈਗੇ ਕਿ ਅਸੀਂ ਤੁਹਾਨੂੰ ਤੋੜ ਕੇ ਭੇਜ ਰਹੇ ਹਾਂ। ਅਸੀਂ ਇਹ ਕਹਿੰਦੇ ਕਿ ਤੁਹਾਨੂੰ ਇੰਡੀਪੈਂਡੈਂਟ ਕਰ ਦਾਂਗੇ। ਇੰਡੀਪੈਂਡੈਂਟ ਕਰਕੇ ਆਪਣੀ ਲਾਈਫ ਨੂੰ ਤੁਸੀਂ ਰਨਿੰਗ 'ਚ ਲਿਆਓ, ਆਪਣੀ ਰਿਕਵਰੀ ਨੂੰ ਨਾਲ ਕੰਟੀਨਿਊ ਰੱਖੋ। ਇਹ ਬਿਲਕੁਲ ਵੀ ਦੌੜ ਨਾ ਲਗਾਓ ਕਿ ਮੈਂ ਪਹਿਲਾਂ ਠੀਕ ਹੋਵਾਂਗਾ ਫਿਰ ਹੀ ਚੱਲਾਂਗਾ। ਉਹ ਠੀਕ ਹੋਣ ਦੇ ਟਾਈਮ ਦੇ ਵਿੱਚ ਜੋ ਕੁਝ ਵੀ ਕੋਲ ਹੁੰਦਾ ਨਾ, ਉਹ ਗਵਾ ਦਿੰਦਾ ਇਨਸਾਨ। ਜੇ ਸਾਡੇ ਸੱਟ ਲੱਗ ਗਈ, ਸਾਡੇ ਡਾਕਟਰਸ ਨੂੰ ਵੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਰਿਕੁਐਸਟ ਕਰਾਂਗਾ ਕਿ ਜਿੰਨੇ ਵੀ ਡਾਕਟਰ ਜਾਂ ਸਪਾਈਨ ਸਰਜਨਸ ਹੈਗੇ ਨੇ, ਉਹ ਜਦੋਂ ਸਪਾਈਨ ਦੀ ਸਰਜਰੀ ਕਰ ਦਿੰਦੇ ਨੇ, ਉਸ ਤੋਂ ਬਾਅਦ ਪੇਸ਼ੈਂਟ ਨੂੰ ਗਾਈਡ ਕਰਨ ਕਿ ਰੀਹੈਬਿਲਿਟੇਟ ਕਰਵਾ ਆਪਣੇ ਆਪ ਨੂੰ। ਰੀਹੈਬਿਲਿਟੇਟ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਸ਼ੁਰੂ ਕਰ। ਵੀਲਚੇਅਰ ਦੇ ਉੱਤੇ ਸ਼ੁਰੂਆਤ ਕਰ ਲਾ, ਰਿਕਵਰੀ ਨਾਲ ਕਰੀ ਚੱਲ। ਦਿਨ 'ਚ 2 ਘੰਟੇ ਆਪਾਂ ਕਿਤੇ ਵੀ ਕਰਦੇ ਹਾਂ ਐਕਸਰਸਾਈਜ਼, 2 ਘੰਟੇ 3 ਘੰਟੇ ਕਰਦੇ ਹਾਂ, ਅਤੇ ਅਸੀਂ ਨਾਰਮਲੀ ਅਗਰ 5-6 ਘੰਟੇ ਕੰਮ ਕਰਕੇ ਸ਼ਾਮ ਨੂੰ 2-3 ਘੰਟੇ ਐਕਸਰਸਾਈਜ਼ ਕਰ ਲਈਏ, ਸਾਡੀ ਲਾਈਫ ਤਾਂ ਵੀ ਰਨਿੰਗ ਰਹੂਗੀ। ਸ਼ੁਰੂ ਤੁਸੀਂ ਸੋਚਿਆ ਹੋਣਾ ਜਦੋਂ ਬੈੱਡ 'ਤੇ ਪੈ ਗਏ ਸੀਗੇ ਕਿ ਜੀ ਹੁਣ ਇਹ ਜਿਹੜੀ ਚੀਜ਼ ਹੈ ਕਮਜ਼ੋਰੀ ਬਣ ਗਈ ਤੁਹਾਡੀ, ਇਸੇ ਨੂੰ ਤੁਸੀਂ ਆਪਦੀ ਤਾਕਤ ਬਣਾਇਆ। ਉਸ ਤੋਂ ਬਾਅਦ ਫਿਰ ਜਦੋਂ ਟ੍ਰੇਨਿੰਗਸ ਉਸ ਤੋਂ ਬਾਅਦ ਲਈ, ਮੈਡਮ ਦੇ ਨਾਲ ਮਿਲਣ ਤੋਂ ਬਾਅਦ ਟ੍ਰੇਨਿੰਗਸ ਲਈ ਤੁਸੀਂ, ਜਾਂ ਸੈਂਟਰ ਖੋਲ੍ਹਣ ਦਾ ਕਦੋਂ ਪਲਾਨ ਕਰਿਆ ਕਿ ਹੋਰ ਲੋਕਾਂ ਨੂੰ ਵੀ ਤੁਸੀਂ ਟ੍ਰੀਟ ਕਰੋਗੇ? ਨਹੀਂ, ਐਕਚੁਅਲੀ ਟ੍ਰੇਨਿੰਗ ਮੈਂ ਪਹਿਲਾਂ ਲੈ ਚੁੱਕਿਆ ਸੀਗਾ ਮੈਰਿਜ ਤੋਂ, ਅਤੇ ਮੈਰਿਜ ਤੋਂ ਪਹਿਲਾਂ ਮੈਂ ਟ੍ਰੇਨਿੰਗ ਲੈ ਕੇ ਪੇਸ਼ੈਂਟ ਨੂੰ ਮਤਲਬ ਗਾਈਡ ਕਰਨਾ ਪਹਿਲਾਂ ਸ਼ੁਰੂ ਕਰ ਦਿੱਤਾ ਸੀਗਾ। ਇਹਨਾਂ ਨਾਲ ਗੱਲਬਾਤ ਹੁੰਦੀ ਸੀ ਉਦੋਂ ਵੀ ਆਪਾਂ ਇਸ ਤਰੀਕੇ ਨਾਲ ਸੈਂਟਰ ਪਲਾਨ ਕਰ ਲਾਂਗੇ? ਨਹੀਂ, ਸੈਂਟਰ ਪਲਾਨ ਤੱਕ ਦਾ ਉਦੋਂ ਤੱਕ ਸਫ਼ਰ ਨਹੀਂ ਸੀਗਾ, ਕਿਉਂਕਿ ਮੈਂ ਖੁਦ ਸਮਝਦਾ ਕਿ ਗੋਡ ਗਿਫਟਡ ਹੈ ਸੈਂਟਰ। ਮੈਂ ਬਿਲਕੁਲ ਵੀ ਸੋਚਿਆ ਨਹੀਂ ਸੀਗਾ, ਅਤੇ ਅੱਗੇ ਲਈ ਵੀ ਮੈਂ ਨਹੀਂ ਸੋਚਦਾ, ਪਰਮਾਤਮਾ ਚਲਾਈ ਜਾਂਦਾ ਪਿਆ। ਤੇ ਰੀਜ਼ਨ ਇਸ ਕਿ ਜਦੋਂ ਅਸੀਂ ਹਾਂ ਇਹ ਜ਼ਰੂਰ ਸੋਚਿਆ ਸੀ ਕਿ ਅਸੀਂ ਇਕੱਠੇ ਕੰਮ ਕਰਾਂਗੇ, ਇਕੱਠੇ ਕੰਮ ਕਰਕੇ ਐਸਾ ਇੱਕ ਮਨ ਦੇ ਵਿੱਚ ਸੀਗਾ ਕਿ ਯਾਰ ਕਿਤੇ ਨਾ ਕਿਤੇ ਸੇਵਾ ਜਿੰਨੀ ਵੀ ਹੋ ਸਕੀ ਕਿਸੇ ਨਾ ਕਿਸੇ ਦੀ ਕਰਾਂਗੇ। ਅਤੇ ਰੱਬ ਨੇ ਆਪਸ਼ਨਾਂ ਐਸੀਆਂ ਸਾਹਮਣੇ ਰੱਖਤੀਆਂ ਕਿ ਮਤਲਬ ਖੁੱਲ੍ਹ ਕੇ ਸੇਵਾ ਕਰ ਲਓ। ਸੋ ਉਹ ਹੋ ਰਹੀ ਹੈ। ਪੇਸ਼ੈਂਟ ਹੈ, ਇਹਨਾਂ ਨਾਲ ਮੈਂ ਚਾਹੂੰਗਾ ਗੱਲਬਾਤ ਕਰ ਲਵਾਂ, ਇਹ ਉਸ ਤੋਂ ਬਾਅਦ ਫਿਰ ਮੈਂ ਤੁਹਾਡੇ ਨਾਲ ਦੁਬਾਰਾ ਗੱਲਬਾਤ ਕਰਦਾ। ਤੁਸੀਂ ਕਿੱਦਾਂ ਠੀਕ ਮਹਿਸੂਸ ਕਰ ਰਹੇ ਹੋ ਹੁਣ? ਕਿੰਨੇ ਸਮੇਂ ਤੋਂ ਤੁਸੀਂ ਹੋ ਇਹਨਾਂ ਕੋਲ? ਮੈਂ ਪਹਿਲਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰਾਂਗਾ। ਅਤੇ ਮੇਰਾ ਇੱਕ ਐਕਸੀਡੈਂਟ ਹੋਇਆ ਸੀ 2011 ਦੇ ਵਿੱਚ, ਅਤੇ ਉਸ ਐਕਸੀਡੈਂਟ ਦੇ ਦੌਰਾਨ ਮੇਰਾ ਇੰਜਰੀ ਹੋ ਗਈ ਸੀ, ਰੀੜ੍ਹ ਦੀ ਹੱਡੀ ਫ੍ਰੈਕਚਰ ਹੋ ਗਈ ਸੀ। ਅਤੇ ਉਹਦੇ ਬਾਅਦ ਕੀ ਹੈ ਕਿ ਮੇਰੀ ਜ਼ਿੰਦਗੀ ਇੱਕ ਬਿਸਤਰ ਦੇ ਉੱਤੇ ਹੀ ਰਹਿ ਗਈ ਸੀਗੀ ਸਰ। ਅਤੇ 10 ਸਾਲਾਂ 'ਚ बहुत प्रॉब्लम, बहुत ज़्यादा, यानी कि हर तरीके से दिक्कतें आई, क्योंकि घर में कोई कमाने वाला नहीं। माँ एक मम्मी थी, पापा थे, 2 बहनें थीं, और कमाने वाला मैं खुद ही था एक। तो छोटी सी उम्र में एक्सीडेंट हुआ। एक्सीडेंट होने के बाद बिस्तर पे ज़िंदगी
कट रही थी, समझ नहीं आ रहा था। जैसे सर ने बताया कि भी काफ़ी बार आदमी सोचता है, शुरू में मैंने भी कई बार सोचा कि भी सुसाइड कर लूँ, कुछ कर लूँ, लेकिन फिर मुझे गाइडेंस मम्मी ने कहा कि कभी ना कभी अगर ज़िंदगी में अंधेरा है तो सवेरा भी आएगा। तो वही आस लगा के सर मैं जी रहा था, लेकिन पता नहीं था कि एक्चुअली मुझे करना क्या चाहिए। कुछ समय पहले ही मैंने सर को एक वीडियो देखा फेसबुक पे वीडियो देखने के बाद फिर मैंने इनके सेंटर पे काफ़ी लोगों को भी यहाँ से ठीक होते हुए जाते हुए देखा। लोग इंडिपेंडेंट लोग हैं, और यहाँ तक कि ये भी देखा कि लोग मुझसे भी बुरी कंडीशन में लोग की इंजरी है, लेकिन वो भी रिकवर हो रहे हैं। मैंने फिर सर को कॉल किया, सर को मैंने अपने बारे में बताया कि सर मेरी साथ ऐसी बात हुई है। सर ने उसी टाइम मुझे कहा कि आप अपना ऐसे करो कि भी कुछ फ़ोटोएँ और नंबर और सब कुछ सर ने मंगाया। और फिर अराउंड 1 हफ़्ते के बाद फिर मैंने सर को कहा कि सर मेरे पास आर्थिक प्रॉब्लम है, मेरे पास पैसे नहीं हैं और ना है। तो सर ने कहा डोंट वेरी, आप आओ, जितनी हेल्प हो सकती है हम करेंगे आपकी। और अराउंड सर ने फिर मुझे यहाँ बुलाया, और आज 10 दिन हो गए मुझे यहाँ पे। और मैं एक समय ऐसा था कि बिस्तर पे ही टॉयलेट, बाथरूम जो भी है सब कुछ बिस्तर पे, खाना पीना सब कुछ बिस्तर पे ही होता था। और आज 10 दिन में ये फ़र्क आया कि आज मैं टॉयलेट भी खुद से जाता हूँ, वॉश भी खुद करता हूँ, खाना भी मैं अपने खुद इस चेयर पे बैठ के खाता हूँ, बिस्तर पे भी मैं खुद शिफ्ट हो जाता हूँ, बिस्तर से चेयर पे भी शिफ्ट हो जाता हूँ। और यानी कि लाइफ बिल्कुल चेंज हो गई है सर, और अब जीने में बहुत अच्छा लग रहा है। और मैं चाहूँगा कि अब और खुल के सर जीऊँ, यहाँ से सर के पास से जब भी जाऊँ तो मेरी लाइफ बिल्कुल चेंज होएगी सर। और मैं चाहता हूँ कि कोई भी इंसान जो भी हो कि सुसाइड नहीं करना चाहिए सर, क्योंकि सुसाइड किसी भी, क्योंकि अगर सुख अगर ज़िंदगी में इंसान ने लिया है तो दुख भी इंसान को ही पड़ना है। तो ये सर यहाँ आने के बाद मुझे सर ने जब समझाया तो मुझे समझ में आया कि वाकई कि इंसान ही है जिसको ये पता है कि सुख और दुख क्या होता है। तो मैं बहुत बहुत आभारी हूँ सर का कि सर ने भी मुझे इंडिपेंडेंटली अभी तक, और एक समान परिवार की तरह, ये भी नहीं सर कोई हॉस्पिटल या कुछ नहीं, एक बड़े भाई की तरह। मैम भी हैं, बहुत अच्छी हैं, जो बिल्कुल हर चीज़ केयर करती हैं, कोई दिक्कत नहीं, समय समय पे हर चीज़ पॉसिबल होती है सर। तो बहुत बढ़िया लाइफ है सर मेरी। ठीक है, शुक्रिया बहुत बहुत। उम्मीद करते हैं कि जल्दी आप लोग ठीक होकर अपने घर की ओर चले जाएंगे और परिवार के साथ रहेंगे। गुरिंदर जी नाल मैं एक बार गल करूँगा। गुरिंदर जी, डिमੋਰਲਾਈਜ਼ ਲੋਕਾਂ ਨੂੰ ਥੋੜਾ ਜਿਹਾ ਸੁਨੇਹਾ ਦੇ ਦਿਓ, ਕਿਉਂਕਿ ਮੈਨੂੰ ਲੱਗਦਾ ਕਿ ਜਿੱਦਾਂ ਤੁਸੀਂ ਪ੍ਰਭਾਵ ਪਾਇਆ ਆਪਦੇ ਪੇਸ਼ੈਂਟਸ ਜਿਹੜੇ ਆ ਉਹਨਾਂ ਤੇ ਪਾਉਂਦੇ ਹੋ, ਉਹਨਾਂ ਨੂੰ ਮੋਟੀਵੇਟ ਕਰਦੇ ਹੋ, ਤਾਂ ਕਿ ਦੇਖਣ ਵਾਲੇ ਲੋਕ ਜਿਹੜੇ ਆ ਹੌਸਲਾ ਛੱਡ ਜਾਂਦੇ ਆ। ਉਹਨਾਂ ਨੂੰ ਇਸ ਵੇਲੇ ਹੌਸਲੇ ਦੀ ਬਹੁਤ ਜ਼ਰੂਰਤ, ਔਰ ਖਾਸ ਤੌਰ ਤੇ ਲੋਕਡਾਊਨ ਦੌਰਾਨ ਅਸੀਂ ਗੱਲ ਕਰੀਏ, ਕੋਰੋਨਾ ਦਾ ਕਾਲ ਚੱਲ ਰਿਹਾ, ਔਰ ਲੋਕਡਾਊਨ ਦੌਰਾਨ ਬਹੁਤ ਸਾਰੇ ਲੋਕ ਜਿਹੜੇ ਘਰਾਂ ਦੇ ਵਿੱਚ ਬੈਠੇ ਆ, ਔਰ ਮੈਨੂੰ ਨਹੀਂ ਲੱਗਦਾ ਕਿ ਇੰਨੇ ਕੇਸ ਪਹਿਲਾਂ ਸਾਹਮਣੇ ਆਉਂਦੇ ਸੀਗੇ ਕਿ ਫਲਾਣੇ ਨੇ ਸੁਸਾਈਡ ਕਰ ਲਈ, ਫਲਾਣੇ ਨੇ ਸੁਸਾਈਡ ਕਰ ਲਈ। ਲੋਕਾਂ ਕੋਲ ਕੋਈ ਆਪਸ਼ਨ ਹੀ ਨਹੀਂ ਬਚਦਾ, ਪਤਾ ਨਹੀਂ ਹਨੇਰਾ ਜਿਹਾ ਜਾਪਣ ਲੱਗ ਪੈਂਦਾ। ਸਰ ਦੇਖੋ, ਤੰਗੀਆਂ ਸਭ ਨੂੰ ਆਈਆਂ ਨੇ। ਲੋਕਡਾਊਨ ਦੇ ਦੌਰਾਨ ਅਸੀਂ ਜੇ ਗੱਲ ਕਰੀਏ ਤੇ ਤੰਗ ਤਾਂ ਹਰ ਇਨਸਾਨ ਹੋਇਆ, ਹਰ ਆਪਣੇ ਲੈਵਲ 'ਤੇ ਹੋਇਆ। ਵੱਡਾ ਬੰਦਾ ਵੱਡੇ ਲੈਵਲ 'ਤੇ ਹੋਇਆ, ਛੋਟਾ ਛੋਟੇ ਲੈਵਲ 'ਤੇ ਹੋਇਆ। ਜਿਹਨੂੰ ਜਿਸ ਤਰ੍ਹਾਂ ਦਾ ਸੀਗਾ ਉਸ ਤਰੀਕੇ ਨਾਲ ਤੰਗ ਹੋਇਆ। ਬਟ ਨੈਗੇਟਿਵ ਹੋਣਾ ਜਾਂ ਸੁਸਾਈਡ ਕਰ ਲੈਣਾ ਹੱਲ ਨਹੀਂ ਹੈ। ਸੁਸਾਈਡ ਕਰਕੇ ਅਸੀਂ ਆਪ ਤਾਂ ਚਲੇ ਗਏ ਹਾਂ, ਬਟ ਪਿੱਛੇ ਫੈਮਿਲੀ ਦੀਆਂ ਪਰੇਸ਼ਾਨੀਆਂ ਵਧਾ ਗਏ ਹਾਂ। ਜਿੱਥੇ ਅਸੀਂ, ਜੇ ਸਾਡੀ ਫੈਮਿਲੀ 'ਚ 3 ਜਣੇ ਕਮਾਉਣ ਵਾਲੇ, ਉਹ 'ਚੋਂ ਇੱਕ ਚਲਾ ਗਿਆ ਨਾ, ਅਤੇ ਫੈਮਿਲੀ ਦੇ ਖਰਚੇ ਉਨੇ ਹੀ ਨੇ, ਉਹ 2 'ਤੇ ਪ੍ਰੈਸ਼ਰ ਵੱਧ ਗਿਆ। ਅਸੀਂ ਉਹ 2 ਦਾ ਅਗਰ ਸਾਥ ਦਈਏ ਤਾਂ ਉਹ ਪ੍ਰੋਬਲਮਸ ਕਦੋਂ ਦੀਆਂ ਕਦੋਂ ਦੂਰ ਹੋ ਜਾਣਗੀਆਂ ਪਤਾ ਵੀ ਨਹੀਂ ਲੱਗਣਾ ਹੈਗਾ। ਮੈਨੂੰ ਲੱਗਦਾ ਇੱਕ ਦੂਸਰੇ ਦਾ ਸਾਥ ਦੇ ਕੇ ਅੱਗੇ ਵਧੀਏ ਤਾਂ ਜ਼ਿੰਦਗੀ ਬਹੁਤ ਸੌਖੀ ਹੋ ਜਾਂਦੀ ਹੈ। ਔਰ ਸੋਚ ਨੂੰ ਥੋੜ੍ਹਾ ਜਿਹਾ ਬਦਲਣਾ ਪੈਣਾ ਕਿ ਜੇ ਹਸਬੈਂਡ ਵਾਈਫ ਨੇ, ਤਾਂ ਮੈਂ ਬਹੁਤ ਜਗ੍ਹਾ ਦੇਖਿਆ ਵੀ ਹੈ, ਸੁਣਿਆ ਵੀ ਹੈ, ਰਿਅਲਾਈਜ਼ ਵੀ ਕੀਤਾ ਨਾ ਚੀਜ਼ਾਂ ਦਾ ਕਿ ਹਸਬੈਂਡ ਕੰਮ ਕਰ ਰਿਹਾ ਤਾਂ ਵਾਈਫ ਕੰਮ ਨਹੀਂ। ਮੈਨੂੰ ਲੱਗਦਾ ਯਾਰ ਕਿ ਅੱਜ ਦੇ ਟਾਈਮ 'ਚ ਅਗਰ ਦੋਨੋਂ ਜਣੇ ਮਿਲ ਕੇ ਕਰਨਗੇ ਤਾਂ ਜ਼ਿੰਦਗੀ ਹੋਰ ਸੌਖੀ ਹੋ ਜਾਂਦੀ ਹੈ। ਵਿਸ਼ਵਾਸ ਆਪਸ ਦੇ ਵਿੱਚ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜਾ ਹਸਬੈਂਡ ਵਾਈਫ ਦਾ ਰਿਸ਼ਤਾ ਹੁੰਦਾ ਉਹ ਵਿਸ਼ਵਾਸ ਦਾ ਰਿਸ਼ਤਾ ਹੈ। ਜਦ ਤੱਕ ਵਿਸ਼ਵਾਸ ਆਪਸ ਦੇ ਵਿੱਚ ਹੈ ਤਾਂ ਲਾਈਫ ਹਰ ਚੀਜ਼ ਤੁਹਾਡੇ 'ਤੇ ਜਿੰਨੀਆਂ ਮਰਜ਼ੀ ਮੁਸੀਬਤਾਂ ਆ ਜਾਣ, ਕਦੋਂ ਛੋਟੀਆਂ ਹੋ ਕੇ ਲੰਘ ਜਾਣਗੀਆਂ ਪਤਾ ਵੀ ਨਹੀਂ ਲੱਗਣਗੀਆਂ। ਸੋ ਜ਼ਿੰਦਗੀ ਦੇ ਨਾਲ ਲੜਨਾ ਹੈ, ਜ਼ਿੰਦਗੀ ਨੂੰ ਮੁਕਾਉਣਾ ਨਹੀਂ ਹੈ, ਅੱਗੇ ਵਧਣਾ ਹੈ। ਜੇ ਪਰੇਸ਼ਾਨੀ ਹੈ ਇੱਕ ਦੂਜੇ ਨਾਲ ਡਿਸਕਸ ਕਰੋ, ਫਰੈਂਡ ਨਾਲ ਡਿਸਕਸ ਕਰੋ, ਉਹਦਾ ਹੱਲ ਲੱਭੋ। ਹਰ ਚੀਜ਼ ਦਾ ਹੱਲ ਹੈ। ਲੋਕਡਾਊਨ ਦੇ ਦੌਰਾਨ ਜਿਹੜੀਆਂ ਜੇ ਅਸੀਂ ਸੁਣਦੇ ਹਾਂ ਸੁਸਾਈਡ ਜਾਂ ਕੁਛ, ਉਹਦੇ ਰੀਜ਼ਨ ਰਹੇ ਆ ਭਾਜੀ, ਅਸੀਂ ਆਪਣੀ ਲਾਈਫ ਨੂੰ ਨਾ ਸਾਦਗੀ ਤੋਂ ਬਹੁਤ ਉੱਪਰ ਚੱਕ ਕੇ ਲੈ ਗਏ ਸੀ। ਅਸੀਂ ਆਪਣੇ ਖਰਚੇ ਖੁਦ ਵਧਾ ਲਏ। ਜੇ ਅਸੀਂ ਇਕੱਲੀ ਮਤਲਬ ਸਿੰਪਲ ਰੋਟੀ 'ਤੇ ਰਹੀਏ, ਸਾਡੇ ਖਰਚੇ ਹੈ ਨਹੀਂ ਗੇ, ਵਧੀਆ ਸੇਵਿੰਗਸ ਹੋ ਜਾਣਗੀਆਂ। ਬਟ ਅਸੀਂ ਹੁਣ ਕੀ ਕਰੀਏ, ਜੇ ਸਾਡੇ ਗੁਆਂਢੀ ਨੇ ਮਤਲਬ ਗੱਡੀ ਲਿਆਂਦੀ, ਅਸੀਂ ਸੋਚਦੇ ਹਾਂ ਅਸੀਂ ਤੋਂ ਵੱਡੀ ਲਿਆਉਣੀ ਹੈ। ਫਸੇ ਤਾਂ ਅਸੀਂ ਆਪ ਹੀ ਹੋਏ ਹਾਂ ਨਾ।
ਤੇ ਉਹ ਚੀਜ਼ਾਂ ਉਲਝਾ ਰਹੀਆਂ ਇਨਸਾਨ ਨੂੰ, ਦਿਖਾਵਾ ਉਲਝਾ ਰਿਹਾ ਤੇ ਦਿਖਾਵੇ ਤੋਂ ਬਾਹਰ ਆਉਣਾ ਪੈਣਾ ਹੈ। ਮੈਮ ਤੁਸੀਂ ਕੀ ਕਹਿਣਾ ਚਾਹੋਗੇ? ਆਖਰੀ ਸਵਾਲ ਮੇਰਾ। ਦੇਖੋ ਸਰ, ਜ਼ਿੰਦਗੀ ਨੂੰ ਇੱਕ ਵਧੀਆ ਤਰੀਕੇ ਨਾਲ ਜੀਣਾ ਚਾਹੀਦਾ, ਠੀਕ ਹੈ। ਬਾਕੀ ਹਰ ਤਰ੍ਹਾਂ ਦੀਆਂ ਟੈਨਸ਼ਨਾਂ, ਹਰ ਇੱਕ ਤਰ੍ਹਾਂ ਦੀਆਂ ਦਿੱਕਤਾਂ ਮਤਲਬ ਆਉਂਦੀਆਂ ਰਹਿੰਦੀਆਂ ਨੇ ਜ਼ਿੰਦਗੀ ਦੇ ਵਿੱਚ। ਜੇ ਅਸੀਂ ਇਹ ਚੀਜ਼ਾਂ ਨੂੰ ਲੈ ਕੇ ਆਪਣੀ ਲਾਈਫ ਨੂੰ ਖ਼ਤਮ ਕਰ ਦਈਏ ਤਾਂ ਮੈਨੂੰ ਨਹੀਂ ਲੱਗਦਾ ਉਹ ਚੀਜ਼ ਦਾ ਕੋਈ ਪੁਆਇੰਟ ਸੌਲਵ ਆਊਟ ਹੈ। ਸੋ ਉਹਦੇ ਨਾਲ ਲੜੋ, ਇੱਕ ਚੀਜ਼ ਦੇ ਨਾਲ ਸੰਘਰਸ਼ ਕਰਕੇ ਦੇਖੋ ਕਿ ਕਿਵੇਂ ਆਪਾਂ ਜ਼ਿੰਦਗੀ 'ਚੋਂ ਅੱਗੇ ਨਿਕਲ ਸਕਦੇ ਹਾਂ। ਹੋ ਸਕਦਾ ਜੇ ਅੱਜ ਇੱਕ ਬੁਰਾ ਟਾਈਮ ਚੱਲ ਰਿਹਾ, ਉਹ ਟਾਈਮ 'ਚੋਂ ਨਿਕਲ ਕੇ ਕੱਲ੍ਹ ਕੁਝ ਵਧੀਆ ਹੋਣਾ ਹੋਵੇ। ਸ਼ਾਇਦ ਪਰਮਾਤਮਾ ਕਿਸੇ ਚੀਜ਼ ਦਾ ਸਾਡਾ ਇਮਤਿਹਾਨ ਲੈਂਦਾ ਹੋਵੇ। ਉਹ ਚੀਜ਼ਾਂ ਨੂੰ ਸੋਚ ਕੇ ਚਲੋ, ਲਾਈਫ ਨੂੰ ਖ਼ਤਮ ਨਹੀਂ ਕਰੋ। ਇਹ ਇੱਕ ਬੜੀ ਅਨਮੋਲ ਚੀਜ਼ ਆ, ਇਹਨੂੰ ਜਿੰਨਾ ਇੰਜੋਏ ਕਰ ਸਕਦੇ ਹੋ ਓਨਾ ਕਰੋ। ਸੋ ਸੰਘਰਸ਼ ਭਰੀ ਇਹ ਕਹਾਣੀ ਹੈ ਔਰ ਪਿਆਰ ਤੋਂ ਸ਼ੁਰੂ ਹੋਈ ਹੈ। ਪਹਿਲਾਂ ਦਰਦ ਤੋਂ ਸ਼ੁਰੂ ਹੋਈ, ਸੰਘਰਸ਼ ਸ਼ੁਰੂ ਹੋਇਆ, ਉਸ ਤੋਂ ਬਾਅਦ ਫਿਰ ਪਿਆਰ ਮੁਹੱਬਤ 'ਤੇ ਪਹੁੰਚਿਆ, ਫਿਰ ਇਹਨਾਂ ਦਾ ਵਿਆਹ ਹੋਇਆ ਤੇ ਹੁਣ ਅੱਗੇ ਪਿਆਰ ਵੰਡ ਰਹੇ ਨੇ, ਲੋਕਾਂ ਨੂੰ ਇੰਡੀਪੈਂਡੈਂਟ ਕਰ ਰਹੇ ਨੇ। ਜਿਹੜੇ ਸਪਾਈਨ ਇੰਜਰੀ ਜਿਹੜੇ ਲੋਕਾਂ ਨੂੰ ਹੁੰਦੀ ਹੈ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ ਔਰ ਜਿੱਦਾਂ ਅਸੀਂ ਦੱਸਿਆ ਉਹਨਾਂ ਨੇ, ਭਾਈ ਸਾਹਿਬ ਨੇ, ਕਿ 10 ਦਿਨਾਂ ਦੇ ਵਿੱਚ ਉਹ ਚੱਲਣ ਫਿਰਨ ਲੱਗ ਗਏ ਨੇ, ਠੀਕ ਹੋ ਗਏ ਨੇ, ਇੰਡੀਪੈਂਡੈਂਟ ਹੋ ਗਏ ਨੇ, ਹੌਸਲਾ ਆ ਗਿਆ ਉਹਨਾਂ ਨੂੰ। ਔਰ ਇਸੇ ਤਰ੍ਹਾਂ ਦੀਆਂ ਸੰਘਰਸ਼ ਭਰੀਆਂ ਕਹਾਣੀਆਂ ਜਿਹੜੀਆਂ ਨੇ ਬੰਦੇ ਨੂੰ ਮੋਟੀਵੇਟ ਕਰਦੀਆਂ ਨੇ। ਸੋ ਹੌਸਲਾ ਨਹੀਂ ਹਾਰਨਾ ਚਾਹੀਦਾ, ਬੰਦੇ ਨੂੰ ਹੌਸਲਾ ਰੱਖਣਾ ਚਾਹੀਦਾ, ਕਿਉਂਕਿ ਹੌਸਲਾ ਰੱਖ ਕੇ ਬੰਦਾ ਹਰ ਜੰਗ ਜਿੱਤ ਸਕਦਾ। ਕੈਮਰਾ ਪਰਸਨ ਜਤਿੰਦਰ ਦੇ ਨਾਲ ਵਿਕਰਮ ਸਿੰਘ, ਜਗਬਾਣੀ TV, ਜਲੰਧਰ।